ਸਭ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਤਕਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦੀ ਗੱਲ ਦੇ ਨਾਲ ਨਾਸਿਰ ਜਮੀਲ ਹਾਜ਼ਰ ਖਿਦਮਤ ਹੈ ਔਰ ਅੱਜ ਦੀ ਗੱਲ ਜਿਹੜੀ ਹੈ ਉਹ ਇੱਕ ਐਸੀ ਤਕਲੀਫ ਦੇ ਗੱਲਬਾਤ ਹੈ, ਐਸੀ ਸ਼ਰਮਨਾਕ ਗੱਲਬਾਤ ਹੈ ਜਿਹੜੀ ਅਕਲੀਅਤਾਂ ਦੇ ਨਾਲ ਤਕਰੀਬਨ ਹਰ ਦੂਸਰੇ ਦਿਨ ਹੀ ਰਵਾ ਰੱਖੀ ਜਾਂਦੀ ਹੈ। ਔਰ ਬਾਅਦ ਦੇ ਵਿੱਚ ਅਸਲ ਮਸਲਾ ਇਹ ਨਹੀਂ ਹੈ ਜੀ ਕਿ ਅਕਲੀਅਤਾਂ ਨਾਲ ਜ਼ੁਲਮ ਕੋਈ ਕਰ ਜਾਂਦਾ ਹੈ। ਅਸਲ ਗੱਲ ਇਹ ਹੈ ਕਿ ਉਹ ਤਮਾਮ ਤਾਕਤਾਂ ਜਿਨ੍ਹਾਂ ਨੇ ਇਹਦੀ ਦਾਦਰਸੀ ਕਰਨੀ ਹੁੰਦੀ ਹੈ ਉਹ ਦਾਦਰਸੀ ਵਾਸਤੇ ਪਿੱਛੇ ਖੜੀਆਂ ਨਹੀਂ ਹੁੰਦੀਆਂ। ਗੋ ਸਟੇਟ ਸਾਡੇ ਪਿੱਛੇ ਖੜੀ ਹੈ। ਯੂਨੀ ਸਟੇਟ ਦੇ ਪਿੱਛੇ ਖੜੇ ਹੋਣ ਦਾ ਮਤਲਬ ਹੈ ਕਿ ਲਾਅ ਜਿਹੜਾ ਹੈ ਉਹ ਸਾਨੂੰ ਪ੍ਰੋਟੈਕਟ ਕਰਦਾ ਹੈ, ਪਰ ਜਿਹੜੇ ਲਾਅ ਨੂੰ ਇੰਪਲੀਮੈਂਟੇਸ਼ਨ ਵਾਲੇ ਲੋਕ ਨੇ ਉਹ ਇੰਤਹਾਈ ਲਾਪਰਵਾਹੀ ਦਾ ਔਰ ਖੁਦਗਰਜ਼ੀ ਦਾ ਮੁਜ਼ਾਹਰਾ ਕਰਦੇ ਹੋਏ ਨਾ ਸਿਰਫ ਇਹ ਕਿ ਸਾਡੀ ਗੱਲਬਾਤ ਨਹੀਂ ਸੁਣਦੇ, ਪਰ ਨਾਲ ਹੀ ਨਾਲ ਜਿਹੜੀ ਜ਼ੁਲਮ ਕਰਨ ਵਾਲੇ ਨੇ ਉਹਨਾਂ ਦਾ ਸਾਥ ਦਿੰਦੇ ਨੇ। ਅੱਜ ਦੀ ਗੱਲ ਜਿਹੜੀ ਹੈ ਉਹ ਰੀਨਾ ਨਜ਼ੀਰ ਦੇ ਬਾਰੇ ਹੈ, ਜਿਹੜੀ ਇੱਕ ਮਜ਼ਲੂਮ ਹੈ ਔਰ ਉਹਦੀ ਬਿਪਤਾ ਕੀ ਹੈ ਔਰ ਕਿੰਨੀ ਤਕਲੀਫ ਦੇ ਹੈ ਇਹ ਮੈਂ ਬਿਆਨ ਨਹੀਂ ਕਰ ਸਕਦਾ। ਮੈਂ ਜੜ੍ਹਾਂਵਾਲਾ ਦੇ ਵਿੱਚ ਜਾ ਕੇ ਤੇ ਰੀਨਾ ਨੇ ਜਿਹੜੀ ਗੁਫ਼ਤਗੂ ਕੀਤੀ, ਰੀਨਾ ਦੀ ਵਾਲਦਾ ਨੇ ਜਿਹੜੀ ਗੁਫ਼ਤਗੂ ਕੀਤੀ, ਉਹਦੇ ਵਾਲਿਦ ਨੇ ਜਿਹੜੀ ਗੁਫ਼ਤਗੂ ਕੀਤੀ, ਉਹਦੇ ਵਕੀਲਾਂ ਨੇ ਜਿਹੜੀ ਗੁਫ਼ਤਗੂ ਕੀਤੀ, ਉਹ ਸੁਣੋ। ਰੀਨਾ बेटे ਇਹ ਕੀ ਵਾਕਿਆ और किस दिन होया? 31 जुलाई को हुआ, 7:30 बजे। 7:30 बजे सुबह, 7:30 बजे शाम को। क्या हुआ था? 3 लोग आए थे डकैती करने के लिए और मुझे भी साथ ले गए। अच्छा, डकैती करने के लिए आपके घर में आए जी। शाम को 7:30 बजे। घर च कौन कौन मौजूद सी? मैं तो मेरी मामा। अच्छा, ਤੇ ਤੁਹਾਨੂੰ ਨਾਲ ਲੈ ਗਏ? ਕਿਹੜੀ ਜਗ੍ਹਾ ਲੈ ਕੇ ਗਏ ਫਿਰ? ਇਹ ਨਹੀਂ ਪਤਾ। ਅੱਛਾ, ਇਹ ਨਹੀਂ ਪਤਾ ਹੈਗਾ। ਤੇ ਇਹ ਤਿੰਨ ਲੋਕ ਸਨ, ਤੁਸੀਂ ਉਹਨਾਂ ਚੋਂ ਕਿਸੇ ਨੂੰ ਜਾਣਦੇ ਹੋ ਪਹਿਲਾਂ ਤੋਂ? ਹਾਂਜੀ, ਇੱਕ ਨੂੰ ਜਾਣਦੇ ਹਾਂ। ਉਹ ਕੀ ਮਸੀਹੀ ਹੈ ਜਾਂ ਮੁਸਲਿਮ? ਅੱਛਾ, ਉਹਨੂੰ ਤੁਸੀਂ ਕਿਸ ਤਰ੍ਹਾਂ ਜਾਣਦੇ ਹੋ? ਰਿਕਸ਼ਾ ਡਰਾਈਵਰ ਹੈ। ਤੇ ਉਹ ਕੀ ਨਾਂ ਹੈ ਉਹਦਾ ਔਰ ਕਿੱਥੋਂ ਦਾ ਰਹਿਸ਼ੀ ਹੈ? ਕਾਸ਼ਫ ਜੱਟ। ਕਿੱਥੋਂ ਦਾ ਰਹਿਸ਼ੀ? ਇੱਥੇ ਜੜ੍ਹਾਂਵਾਲੇ 'ਚ? ਇਹ ਜੜ੍ਹਾਂਵਾਲੇ ਦੇ ਕਿਹੜੇ ਇਲਾਕੇ 'ਚ ਤੁਸੀਂ ਰਹਿੰਦੇ ਹੋ? ਕਿਨਾਲ ਰੋਡ ਤੇ ਰਹਿੰਦੇ ਹੋ। ਅੱਛਾ ਪੁੱਤਰੇ, ਦੱਸੋ ਕਿ ਜਦੋਂ ਤੁਸੀਂ ਤੁਹਾਨੂੰ 31 ਜੁਲਾਈ ਨੂੰ ਲੈ ਕੇ ਗਏ ਨੇ ਤੇ ਉਹਦੇ ਬਾਅਦ ਇਹ ਤੁਹਾਨੂੰ ਕਿੰਨੇ ਦਿਨ ਤੱਕ ਤੁਹਾਨੂੰ ਉੱਥੇ ਰੱਖਿਆ ਇਹਨਾਂ ਨੇ? 4 ਤੋਂ 5 ਦਿਨ। 4 ਤੋਂ 5 ਦਿਨ ਉੱਥੇ ਤੁਹਾਨੂੰ ਰੱਖਿਆ। ਤੇ ਉੱਥੇ ਜਾ ਕੇ ਇਹਨਾਂ ਨੇ ਤੁਹਾਡੇ ਨਾਲ ਕੀ ਸਲੂਕ ਕੀਤਾ ਔਰ ਕਿਸ ਤਰ੍ਹਾਂ ਜ਼ੁਲਮ ਕੀਤਾ, ਉਹਦੀ ਜ਼ਰਾ ਛੋਟੀ ਜਿਹੀ ਡਿਟੇਲ ਤੁਸੀਂ ਦੱਸਣਾ ਚਾਹੋ। यही कहते थे कि मुस्लिम हो जा, जान से मारने की भी धमकी दी थी कि मुस्लिम हो जा, निकाह कर लो। अच्छा, निकाह कितने ना करना सी? काशफ से। अच्छा। और जब मैंने बात नहीं मानी तब उन्होंने मुझे मारा। अच्छा, मारा। मैं इस बच्ची ਦੇ ਤੁਸੀਂ ਜ਼ਖਮ ਦੇਖੋ ਕਿ ਇਹ ਸਾਡੀ ਬੇਟੀ ਦੇ ਜ਼ਖਮ ਨੇ ਔਰ ਇਹਦੇ ਇਲਾਵਾ ਬਹੁਤ ਸਾਰੇ ਐਸੇ ਜ਼ਖਮ ਨੇ ਜਿਹੜੇ ਇਹਦੇ ਬਾਡੀ ਪਾਰਟਸ ਦੇ ਨੇ ਜਿਹੜੇ ਅਸੀਂ ਦਿਖਾ ਨਹੀਂ ਸਕਦੇ। ਇਹਦੀ ਹਸਲੀ ਦੀ ਹੱਡੀ ਜਿਹੜੀ ਹੈ ਉਹ ਟੁੱਟ ਚੁੱਕੀ ਹੈ। ਅੱਛਾ ਬੇਟੇ, ਅਗਰ ਤੁਸੀਂ ਮੁਨਾਸਬ ਸਮਝੋ ਤਾਂ ਹਸਲੀ ਦੀ ਹੱਡੀ ਦੇ ਤੁਸੀਂ ਉਹ ਪੱਟੀ ਵਗੈਰਾ ਦਿਖਾ ਦਿਓ। ਹਾਂ, ਇਹ ਪੱਟੀ ਆਪਣੇ ਬੇਟੇ ਦਿਖਾਓ। ਹਾਂ ਜੀ ਨਾਜ਼ਰੀਨ, ਤੁਸੀਂ ਦੇਖ ਸਕਦੇ ਹੋ ਕਿ ਇਸ ਬੱਚੀ ਦੀ ਜਿਹੜੀ ਹੱਡੀ ਹੈ ਬਾਜ਼ੂ ਦੀ ਉਹ ਵੀ ਤੋੜ ਦਿੱਤੀ ਗਈ ਹੈ ਔਰ ਇੱਥੇ ਕਿਉਂਕਿ ਇਹ ਬੱਚੀ ਹੈ ਔਰ ਫੀਮੇਲ ਹੈ, ਇਸ ਕਰਕੇ ਇਖਲਾਕੀਅਤ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹਦੀ ਹਸਲੀ ਦੀ ਹੱਡੀ ਦਾ ਉਹ ਹਿੱਸਾ ਨਹੀਂ ਦਿਖਾ ਸਕਦੇ। ਔਰ ਇਹਦੇ ਬਾਕੀ ਸਾਰੇ ਜਿਸਮ ਦੇ ਉੱਤੇ ਵੀ ਔਰ ਇਹਦੀਆਂ ਲੱਤਾਂ ਦੇ ਉੱਤੇ ਔਰ ਇਹਦੇ ਜਿਹੜੇ ਘੁਟਨੇ ਨੇ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਜ਼ਖਮ ਨੇ ਔਰ ਇਸ ਵਕਤ ਤੁਸੀਂ ਇਹਦੇ ਚਿਹਰੇ ਦੇ ਜ਼ਖਮਾਂ ਤੋਂ ਅੰਦਾਜ਼ਾ ਕਰ ਸਕਦੇ ਹੋ ਕਿ ਇਹਦੇ ਬਾਕੀ ਜਿਸਮ ਦੇ ਉੱਤੇ ਕਿੰਨੇ। ਅੱਛਾ ਬੇਟਾ, ਇਹਨਾਂ ਨੇ ਤੁਹਾਨੂੰ ਜਿਹੜਾ ਮਾਰਿਆ ਹੈ ਇਹ ਕਿਹੜੀਆਂ ਚੀਜ਼ਾਂ ਨਾਲ ਮਾਰਦੇ ਰਹੇ ਨੇ? ਜੋ ਚੀਜ਼ ਹੱਥ ਆਤੀ ਥੀ। ਅੱਛਾ, ਇਹਨਾਂ ਨੇ ਤੁਹਾਨੂੰ ਕਿਸੇ ਕਮਰੇ 'ਚ ਬੰਦ ਰੱਖਿਆ? ਅੱਛਾ, ਪਤਾ ਨਹੀਂ। ਅੱਛਾ, ਤੇ ਤੁਸੀਂ ਦੱਸਣਾ ਪਸੰਦ ਕਰੋਗੇ ਕਿ ਇਹਨਾਂ ਨੇ ਤੁਹਾਡੇ ਨਾਲ ਮਾਰ ਕੁਟਾਈ ਤੋਂ ਇਲਾਵਾ ਕੀ ਕੀਤਾ? ਜ਼ਬਰਦਸਤੀ ਗੁਨਾਹ ਕਰਦੇ। ਅੱਛਾ, ਇਹ ਸਿਰਫ ਕਾਸ਼ਫ ਹੀ ਕਰਦਾ ਰਿਹਾ ਜਾਂ ਬਾਕੀ ਵੀ ਲੋਕ ਕਰਦੇ ਰਹੇ? ਉਹੀ ਕਰਦਾ ਰਿਹਾ। ਤੇ ਜਿਹੜਾ ਕਾਸ਼ਫ ਹੈ ਇਹ ਤੁਹਾਨੂੰ ਆ ਕੇ ਜਦੋਂ ਡਕੈਤੀ ਵਾਸਤੇ ਆਏ ਤੇ ਤੁਹਾਨੂੰ ਹੀ ਲੈ ਕੇ ਗਏ? ਤੇ ਮਾਮਾ ਦੇ ਸਾਥ। ਅੱਛਾ, ਤੇ ਅਸੀਂ ਇਹ ਸਮਝ ਸਕਦੇ ਹਾਂ ਕਿ ਤੁਹਾਡੀ ਉਹਦੇ ਨਾਲ ਕੋਈ ਦੋਸਤੀ ਜਾਂ ਅੰਡਰਸਟੈਂਡਿੰਗ ਸੀ? ਨਹੀਂ ਸੀ। ਤੇ ਤੁਹਾਨੂੰ ਪਹਿਲਾਂ ਤੋਂ ਵੀ ਕੋਈ ਤੰਗ ਕਰਦਾ ਸੀ ਜਾਂ ਜਾਣਦਾ ਸੀ? अच्छा, तो फिर तुम जानता किस तरह से? ये रिक्शा ड्राइवर था, जब कहीं आना जाना होता था तो ले जाते थे। अच्छा, ते 4-5 दिन के बाद फिर तुम छुड़ाया किस तरह गया? यही मुझे जब होश आई उन्होंने यही कहा कि निकाह कर लो हमारे साथ, मुस्लिम हो जाओ। जब मैंने बात नहीं सुनी तो मुझे टांग के स्टॉप लाहौर रोड ते सुट गया था। अच्छा, मैं तुसी दसो कि टांग के स्टॉप तो तुहानू इत्थे तक किस तरह कोई लेके आया? एक आंटी मिल गई थी, उन्होंने मेरी बात करवा दी आपके साथ। अच्छा, आप ही लोग फिर घर वाले गए मुझे
ਰੈਸਕਿਊ ਲੈ ਕੇ ਆਏ। ਲਾਹੌਰ ਤੋਂ ਇੱਥੇ ਇਹਨਾਂ ਦੀ ਮਦਦ ਵਾਸਤੇ ਤਸ਼ਰੀਫ ਲਿਆਏ ਔਰ ਤੁਸੀਂ ਸਭ ਤੋਂ ਪਹਿਲੇ ਲੋਕ ਹੋ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇੰਨੀ ਦੂਰ ਲਾਹੌਰ ਤੋਂ ਜੜ੍ਹਾਂਵਾਲੇ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕੇਸ ਹੋਇਆ और इस तरह का कोई जुल्म भी हुआ है? हमें इस्लामाबाद से तारिक चमन साहब ने कॉल की, जो कि जर्नलिस्ट हैं। उन्होंने कहा कि जड़ावाला में इस तरह से वाक़या हुआ है, एक बेटी के साथ बड़ी नाइंसाफ़ी, बड़ी ज़बरदस्ती हुई है। तो 9 मुहर्रम था, उस दिन भी हम लोग अपनी पूरी टीम के साथ रीना को देखने के लिए आए और जो हमारे से मुमकिन हुआ हम पुलिस स्टेशन गए, इसके केस की पूरी तरह से हमने पैरवी की और फिर हमने 164 की स्टेटमेंट भी करवाई है इसके सेशन कोर्ट में। इसके बाद ये सारी चीज़ें करने के बाद एक ये तो एक कानूनी हेल्प थी, लेकिन जो हालत रीना की हमें नज़र आई उसने तो जबकि हम लड़कियों के लिए काम करते हैं और भी बहुत सारे केसेस को डील करते हैं, लेकिन ये वाला जो केस था ये बहुत ही डिफरेंट तरीके से हमारे सामने आया कि एक बच्ची के साथ इस कदर जुल्म और ज़्यादती सिर्फ इस्लाम ना कबूल करने की वजह से। जब उसने इनकार किया तो उसको बहुत ज़्यादा मारा गया, जब उसने कलमा पढ़ने से इनकार कर दिया और ये इंसानियत नहीं है और उसको बुरे तरीके से इस्तेमाल किया गया। उसके जिस्म पर इतने ज़ख्मों के निशान हैं कि मैं बिल्कुल बयान नहीं कर सकती। हम लोगों ने पूरी यकीन दहानी करवाई है कि हम इनको इंसाफ लेके देंगे, लेकिन हमारा ईमान और भरोसा तो खुदावंद पे है। हम नहीं जानते क्योंकि जो हमारा जुडिशल सिस्टम है वो नाक़िस है और हमें जो हमारे आला हुक्मरान हैं उनसे कोई इंसाफ की तवक्को नहीं है, लेकिन फिर भी हम लोग इस फैमिली के साथ खड़े हैं, रीना के साथ खड़े हैं कि हम इंसाफ का हर वो दरवाज़ा खटखटाएंगे जहाँ से हमें मदद मिल सकती है। तो हम अब से लेके आखिर तक रीना के साथ हैं। इसके जो भी इसकी हेल्थ से रिलेटेड जितनी भी हेल्प है वो हम करेंगे। इनकी फाइनेंशियल सपोर्ट कर रहे हैं, इनकी लीगल सपोर्ट तो हमारी पूरी टीम यहाँ पर मौजूद है। हमारे 4 लॉयर इस वक्त यहाँ पर मौजूद हैं, तो हम लोग खुदावंद के फजल से इनके साथ हैं। बाजी ਤੁਹਾਡਾ ਨਾਂ ਕੀ ਹੈ ਔਰ ਇਹ ਜਿਹੜੀ ਬੱਚੀ ਰੀਨਾ ਹੈ ਇਹ ਤੁਹਾਡੀ ਕੀ ਲੱਗਦੀ ਹੈ ਔਰ ਕੀ ਵਾਕਿਆ ਹੋਇਆ ਸੀ ਤੁਹਾਡੇ ਨਾਲ? मेरी बेटी आ, मेरा नाम सरदारा ते 7 बजे 7:30 बजे का वाक़या हफ्ते का दिन सी रात। पहलों उन्होंने अंदर चोरी की 2 जणियां ने, एक जना साडे कोल खलोता रहा काशिम जना ते जरा मैं क्या मैं पछाण लिया वा उदों मेरी बेटी ने ਤੇ ਉਹਦੇ ਬਾਅਦ ਜਦੋਂ 4-5 ਦਿਨ ਇਹ ਬੱਚੀ ਤੁਹਾਨੂੰ ਨਹੀਂ ਲੱਭੀ हाँ ਔਰ ਤੁਹਾਨੂੰ ਤੇ ਪਤਾ ਹੀ ਸੀ ਤੇ ਤੁਸੀਂ ਕਿੰਨੀ ਦੇਰ ਬਾਅਦ ਜਾ ਕੇ ਤੇ ਥਾਣੇ ਜਾ ਕੇ ਰਿਪੋर्ट ਕਰਾਈ? उधर ही कराई ਉਸੇ ਦਿਨ ਹੀ ਤੇ ਪੁਲਿਸ ਨੇ ਕਰ ਲਈ ਸੀ ਰਿਪੋर्ट? पीती सी पर फड़िया नहीं सी। ਫੜਿਆ ਨਹੀਂ ਸੀ। ਫੜਿਆ ਕਿੰਨੇ ਦਿਨਾਂ ਬਾਅਦ ਫਿਰ? 8-9 दिन तो ज़्यादा दिनों बाद फड़िया वा ते सिर भी पाड़े इन्होंने मारिया। ਅੱਛਾ, ਮੁੰਡਿਆਂ ਨੂੰ ਆਪਣਿਆਂ ਨੂੰ ਮਾਰੇ, ਸਾਡਿਆਂ ਨੂੰ? हाँ जी, पुलिस ने भेजा सी ने भजा के उन्होंने देखो ते इनके चाचू दे सिर चिट्ट मारी, इत्थों भी पाटे। ਕਿੰਨੇ ਮਾਰਿਆ ਉਹਨਾਂ ਮੁੰਡਿਆਂ ਨੇ? इन्होंने उनके चाचे ने ਅੱਛਾ। ते इनके अब्बू का भी गाल कुटिया उन्होंने प्यो पुत्ता ने ਅੱਛਾ बेटे। ਤੇ ਫਿਰ ਪੁਲਿਸ ਨੇ ਕੀ ਕੀਤਾ? पुलिस ने कोई भी नहीं उन्होंने फड़िया। ਠੀਕ ਹੈ। ਤੇ ਹੁਣ ਜਿਹੜੇ ਇਹ ਲਾਹੌਰ ਵਾਲੇ ਨੇ, ਇਹ ਸੀਟੀਐਸ ਵਾਲੇ ਨੇ, ਇਹਨਾਂ ਨੇ ਤੁਹਾਡੇ ਨਾਲ ਕੀ ਕੀਤਾ ਆ ਕੇ? ਇਹਨਾਂ ਨੇ ਪਹਿਲਾਂ ਨਾ ਜਿੱਦਣ ਉਹਦੇ ਚਾਚੇ ਨੂੰ ਲੈ ਕੇ ਆਏ ਲੜਾਈ ਤੋਂ, ਇੱਕ ਨੂੰ ਫੜ ਲਿਆ ਸੀ ਚਾਚੇ ਨੇ ਜਿੱਦਣ ਲੜਾਈ ਹੋਈ। ਬਾਅਦ 'ਚ ਇਹਨਾਂ ਜਦੋਂ ਆਏ ਨਾ ਕਿ ਇਹ 2 ਤਰੀਕਾਂ ਉਹਨਾਂ ਪਾ ਦਿੱਤੀਆਂ ਸਾਨੂੰ। 2 ਤਰੀਕਾਂ ਤੇ ਬੱਚੀ ਗਈ ਹੈ ਤੇ ਬਿਆਨ ਨਹੀਂ ਲਿਆ। ਅੱਛਾ ਜਿੱਦਣ ਇਹ ਆਏ ਨੇ ਉਦਣ ਬਿਆਨ ਹੋਇਆ ਬੇਟੇ ਦਾ। ਅੱਛਾ। ਫਿਰ ਉਹਨੇ ਚਾਚੇ ਨੇ ਪੁੱਛਿਆ ਤੇ ਇਹਨੇ ਦੱਸਿਆ ਫਿਰ ਜਿਸ ਤਰ੍ਹਾਂ ਵਾਕਿਆ ਹੋਇਆ ਸਾਰਾ ਇਹਨੇ ਦੱਸਿਆ ਵਾ ਤੇ ਇਹਦਾ ਦਾ ਸ਼ੁਕਰ ਹੈ ਕਿ ਉਹ ਅੱਛਾ ਬਾਜੀ, ਇਹ ਕਿਉਂਕਿ ਦੇਖੋ ਇਹ ਬੱਚੀ ਵੀ ਉਹਨਾਂ ਨੂੰ ਜਾਣਦੀ, ਤੁਸੀਂ ਵੀ ਉਹਨਾਂ ਨੂੰ ਜਾਣਦੇ ਹੋ ਕਾਸ਼ੀ ਨੂੰ, ਹਾਂਜੀ। ਤੇ ਇਹ ਪਹਿਲਾਂ ਤੁਸੀਂ ਕਿੰਨੀ ਦੇਰ ਤੋਂ ਇਹਨਾਂ ਨੂੰ ਜਾਣਦੇ ਹੋ? ਇਹ ਨਾ ਮੇਰਾ ਕੋਈ ਵੀ ਨਹੀਂ ਸੀ ਬੱਚਾ ਜਦੋਂ ਦੀ ਮੈਂ ਇੱਥੇ ਰਹਿੰਦੀ, ਮੇਰੇ ਆਦਮੀ ਦੀ ਇੱਥੇ ਡਿਊਟੀ ਸੀ। ਅੱਛਾ ਅੱਛਾ। ਇਹ ਸਾਰੇ ਬੱਚੇ ਮੇਰੇ 5 ਨੇ ਮਾਸ਼ਾਅੱਲਾ, 2 ਬੇਟੇ ਤੇ 3 ਬੇਟੀਆਂ।
ਤੇ ਇੱਥੇ ਹੀ ਅਸੀਂ ਰਹੇ ਤੇ ਇੱਥੇ ਹੀ ਬੱਚੇ ਹੋਏ ਨੇ ਤੇ ਇੱਥੇ ਹੀ ਦੋ ਦੀ ਛੱਤ ਸੀ ਉਹਦੀ। ਅੱਛਾ ਅੱਛਾ। ਹਾਂਜੀ ਸ਼ੁਰੂ ਤੇ ਇੱਥੇ ਹੀ ਰਹੇ ਹੁਣ ਤੁਸੀਂ ਪੂਰੀ ਦੁਨੀਆ ਨੂੰ ਕੀ ਦੱਸਣਾ ਚਾਹੁੰਦੇ ਹੋ ਕਿ ਕੀ ਕਹਿਣਾ ਅਸੀਂ ਚਾਹੁੰਦੇ ਇਹੋ ਹੀ ਆਨੇ ਇਨਸਾਫ ਸਾਨੂੰ ਮਿਲੇ ਬਸ, ਹੋਰ ਅਸੀਂ ਕੀ ਕਹਿਣਾ। ਤੇ ਜਿਹੜੇ ਸੀਟੀਐਸ ਵਾਲੇ ਨੇ ਇਹ ਬਾਜੀ ਤੇ ਆਸ਼ਰ ਸਾਹਿਬ ਜਿਹੜੇ ਆਏ ਨੇ ਹਾਂਜੀ ਇਹਨਾਂ ਨੇ ਤੁਹਾਡੇ ਕੋਲ ਕਿੰਨੇ ਪੈਸੇ ਲਏ ਨੇ ਸਾਰਾ ਕੰਮ ਕਰਨ ਦੇ? ਸਾਡੇ ਕੋਲ ਕੋਈ ਨਹੀਂ। ਕੋਈ ਪੈਸੇ ਨਹੀਂ ਲਏ। ਨਹੀਂ ਤੇ ਹੋਰ ਇਹਦੇ ਇਲਾਵਾ ਇਹਨਾਂ ਨੇ ਤੁਹਾਡੇ ਨਾਲ ਮਤਲਬ ਕੋਈ ਜਿਹੜਾ ਸਲੂਕ ਕੀਤਾ ਹੋਵੇ ਐਸਾ ਜਿਹੜਾ ਤੁਹਾਨੂੰ ਬਹੁਤ ਪਸੰਦ ਆਇਆ ਹੋਵੇ ਜਾਂ ਤੁਹਾਨੂੰ ਬਹੁਤ ਬੁਰਾ ਲੱਗਾ ਹੋਵੇ, ਉਹ ਦੱਸੋ। ਨਹੀਂ ਬੁਰਾ ਤਾਂ ਸਾਨੂੰ ਕੋਈ ਨਹੀਂ ਲੱਗਾ, ਪਸੰਦ ਆਇਆ ਕਿ ਇਹਨਾਂ ਨੇ ਆਣ ਕੇ ਬੱਚੀ ਦੇ ਬਿਆਨ ਕਰਵਾਏ ਨੇ ਜੀ। ਤੇ ਇਹਨਾਂ ਆਖਿਆ ਕੇਸ ਅਸੀਂ ਲੜਾਂਗੇ। ਤੇ ਫਿਰ ਹੁਣ ਲੜਨ ਵੀ ਦੇ ਨੇ ਕਿ ਕੋਈ ਨਹੀਂ? ਲੜਨ ਦਾ ਇਹਨਾਂ ਦੇ ਵਕੀਲ ਇੱਥੇ ਹੁੰਦੇ ਨੇ? ਹਾਂਜੀ। ਅੱਛਾ, ਤੇ ਤੁਸੀਂ ਇਹਨਾਂ ਦੇ ਬਾਰੇ ਫਿਰ ਕੀ ਕਹਿਣਾ ਚਾਹੋਗੇ ਪੂਰੀ ਦੁਨੀਆ ਨੂੰ? ਅਸੀਂ ਇਹੋ ਹੀ ਕਹਾਂਗੇ ਕਿ ਖੁਦਾ ਦੇ ਬੰਦੇ ਆਏ ਨੇ ਸਾਡੇ ਨਾਲ ਮਦਦ ਕੀਤੀ, ਸਾਡੀ ਹੈਲਪ ਇਹਨਾਂ ਕੀਤੀ, ਇਹਨਾਂ ਸਾਡੇ ਨਾਲ ਮਿਲ ਕੇ ਤੇ ਕੇਸ ਲੜੇ। ਬਹੁਤ ਮਿਹਰਬਾਨੀ। ਜਿਸ ਤਰ੍ਹਾਂ ਕਿ ਅਸੀਂ ਹੁਣ ਥੋੜੀ ਦੇਰ ਪਹਿਲੇ ਤੁਹਾਡੀ ਰੀਨਾ ਨਾਲ ਮੁਲਾਕਾਤ ਕਰਾਈ ਹੈ, ਇਸ ਵਕਤ ਸਾਡੇ ਨਾਲ ਮੌਜੂਦ ਨੇ ਰੀਨਾ ਦੇ ਵਾਲਿਦ ਨਜ਼ੀਰ ਸਾਹਿਬ ਔਰ ਇਹਨਾਂ ਦੇ ਨਾਲ CTS ਜਿਹੜਾ ਹੈ ਕ੍ਰਿਸਚੀਅਨ ਟਰੂ ਸਪਿਰਿਟ ਜਿਹੜਾ ਹੈ ਉਹਦੀ ਪੂਰੀ ਟੀਮ ਜਿਹੜੀ ਵਕਲਾ ਦੀ ਜਿਹੜੀ ਰੀਨਾ ਵਾਸਤੇ ਫਾਈਟ ਕਰ ਰਹੀ ਹੈ ਉਹ ਸਾਡੇ ਨਾਲ ਮੌਜੂਦ ਹੈ। ਅਸੀਂ ਇਸ ਵਕਤ ਇਹਨਾਂ ਦੇ ਜਿਹੜੇ ਮੇਨ ਲਾਇਰ ਨੇ ਜਨਾਬ ਨਦੀਮ ਸਾਹਿਬ, ਅਸੀਂ ਉਹਨਾਂ ਅੱਗੇ ਗੁਜ਼ਾਰਿਸ਼ ਕਰਾਂਗੇ ਕਿ ਉਹ ਇਹਦੀ ਜਿਹੜੀ ਕਾਨੂੰਨੀ ਔਰ ਹੁਣ ਤੱਕ ਦੀ ਜਿਹੜੀ ਪੇਸ਼ਰਫਤ ਹੈ ਉਹਦੇ ਬਾਰੇ ਜ਼ਰਾ ਸਾਡੇ ਨਾਲ ਆਪਣੇ ਖਿਆਲਾਤ ਸਾਂਝੇ ਕਰਨ। ਮਸੂਦ ਸਾਹਿਬ ਬਹੁਤ ਬਹੁਤ ਸ਼ੁਕਰੀਆ। ਅੱਛਾ ਸਰ, ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਇਹ ਇੰਤਹਾਈ ਕ੍ਰਿਸਚਨ ਫੈਮਿਲੀ ਨਾਲ ਸਪੈਸ਼ਲੀ ਮੈਂ ਰੀਨਾ ਬੱਚੀ ਦਾ ਨਾਮ ਡਿਸਕਸ ਕਰਨਾ ਚਾਹਾਂਗਾ ਕਿ ਉਹਨਾਂ ਨਾਲ ਇੰਤਹਾਈ ਜ਼ਿਆਦਤੀ ਹੋਈ ਹੈ, ਕਿਉਂਕਿ ਮੁਲਜ਼ਮ ਜਿਹੜੇ ਨੇ ਹਾਲੀ ਤੱਕ ਫਰਾਰ ਰਹੇ ਨੇ, ਲੇਕਿਨ ਪੁਲਿਸ ਜਿਹੜੀ ਹੈ ਉਹਨਾਂ ਨੂੰ ਕੋਈ ਅਰੈਸਟ ਨਹੀਂ ਕਰ ਰਹੀ ਹੈਗੀ। ਅਸੀਂ ਉਹਦੇ ਵਾਸਤੇ ਬੱਚੀ ਦਾ 164 ਦੀ ਸਟੇਟਮੈਂਟ ਵੀ ਕਰਵਾ ਦਿੱਤੀ ਗਈ ਹੈ। 164 ਦੀ ਸਟੇਟਮੈਂਟ ਹੋਣ ਤੋਂ ਬਾਅਦ ਹਾਲੇ ਤੱਕ ਕੋਈ ਪੁਲਿਸ ਜਿਹੜੀ ਕੋਈ ਉਹਦੇ ਤੇ ਇੰਪਲੀਮੈਂਟ ਨਹੀਂ ਕਰ ਰਹੀ, ਬਲਕਿ ਬੰਦੇ ਜਿਹੜੇ ਮਫਰੂਰ ਹੈਗੇ ਨੇ ਲੇਕਿਨ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਹੈਗਾ। ਤੇ ਅਸੀਂ ਉਹਦੇ ਵਾਸਤੇ ਹੁਣ ਵੀ ਆਪਣੀ ਲੀਗਲ ਟੀਮ ਦੇ ਨਾਲ ਜਿਹੜਾ ਮੁਤਲਕਾ ਥਾਣਾ ਉਹਨੂੰ ਆਈਓ ਨੂੰ ਮਿਲਣ ਵਾਸਤੇ ਜਾ ਰਹੇ ਹਾਂ ਤਾਂ ਕਿ ਅਸੀਂ ਉਹਦੀ ਅਪਡੇਟ ਲਈਏ ਤੇ ਤਾਂ ਕਿ ਅਗਰ ਕੋਈ ਪੁਲਿਸ ਉਹਨੂੰ ਫਰਦਰ ਮਜ਼ੀਦ ਅਰੈਸਟ ਨਹੀਂ ਕਰਦੀ ਹੈਗੀ ਤਾਂ ਉਹਦੇ ਵਾਸਤੇ ਇੱਕ ਲੀਗਲੀ ਕੋਈ ਕਾਨੂੰਨੀ ਜਿਹੜਾ ਰਾਹ ਇਖਤਿਆਰ ਕਰੀਏ ਤਾਂ ਕਿ ਪੁਲਿਸ ਨੂੰ ਹਰਕਤ 'ਚ ਲਿਆਇਆ ਜਾਵੇ, ਤਾਂ ਕਿ ਜਿਹੜਾ ਮੁਲਜ਼ਮਾਨ ਨੇ ਉਹਨਾਂ ਨੂੰ ਕੈਫਰੇ ਕਰਦਾਰ ਤੱਕ ਉਹਨਾਂ ਨੂੰ ਜਿਹੜੇ ਉਹਨਾਂ ਦਾ ਜੁਰਮ ਕੀਤਾ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ। ਨਦੀਮ ਸਾਹਿਬ, ਬਹੁਤ ਅੱਛਾ ਤੁਸੀਂ ਅਪਡੇਟ ਦਿੱਤੀ ਜਿਹੜੀ ਹੁਣ ਤੱਕ ਹੋਈ ਹੈ। ਇਹ ਡੇ ਫਸਟ ਤੋਂ ਮੈਨੂੰ ਪਤਾ ਲੱਗਾ ਤਕਰੀਬਨ ਮਹੀਨਾ ਹੋ ਗਿਆ ਤੁਸੀਂ ਇਹਨਾਂ ਨੂੰ ਲੀਗਲ ਏਡ ਦੇ ਰਹੇ ਹੋ, ਸਪੋਰਟ ਕਰ ਰਹੇ ਹੋ। ਜੀ। ਪਹਿਲੇ ਦਿਨ ਦੇ ਹਾਲਾਤ ਦੇ ਵਿੱਚ ਔਰ ਅੱਜ ਦੇ ਹਾਲਾਤ 'ਚ ਕੀ ਫਰਕ ਹੈ? ਅੱਜ ਦੇ ਹਾਲਾਤ ਦੇ ਵਿੱਚ ਸਰ ਇਹ ਫਰਕ ਹੈ ਕਿ ਫੈਮਿਲੀ ਦੀ ਸੈਟੀਸਫੈਕਸ਼ਨ ਹੋ ਗਈ, ਕਿਉਂਕਿ ਪਹਿਲੇ ਦਿਨ ਤੋਂ ਇਹ ਸੀ ਕਿਉਂਕਿ 164 ਦੀ ਸਟੇਟਮੈਂਟ ਪੈਂਡਿੰਗ ਸੀ ਕੋਰਟ ਦੇ ਵਿੱਚ, ਲੇਕਿਨ ਉਹ ਅੱਗੋਂ ਪ੍ਰੋਸੈਸ 'ਚ ਨਹੀਂ ਸੀ ਹੋ ਰਹੀ। ਬੱਚੀ ਦੀ ਸਟੇਟਮੈਂਟ ਜਿਹੜੀ ਸੀ ਕਿਉਂਕਿ ਮੁਲਜ਼ਮਾਨ ਜਿਹੜੇ ਸਾਨੂੰ ਪੁਲਿਸ ਦੇ ਨਾਲ ਸਾਜ਼ਬਾਜ਼ ਕਰਕੇ ਲਿੰਗਰ ਆਨ ਕਰ ਰਹੇ ਸਨ ਕਾਫੀ ਜ਼ਿਆਦਾ। ਅਸੀਂ ਜੈਸੇ ਹੀ ਸਾਨੂੰ ਪਤਾ ਚੱਲਿਆ ਫੌਰੀ ਤੌਰ 'ਤੇ ਆਪਣੀ ਲੀਗਲ ਟੀਮ ਦੇ ਨਾਲ ਕਿਉਂਕਿ ਐਕਸ਼ਨ ਕਰਦਿਆਂ ਹੋਇਆਂ ਆਪਣਾ ਕੋਰਟ ਨੂੰ ਅਪਰੋਚ ਕੀਤਾ, ਮੁਤਲਕਾ ਕੋਰਟ ਨੂੰ, ਤੇ ਸੇਮ ਡੇ ਦੇ ਵਿੱਚ 164 ਦੀ ਸਟੇਟਮੈਂਟ ਰੀਨਾ ਬੱਚੀ ਦੀ ਕਰਵਾਈ। ਨਦੀਮ ਸਾਹਿਬ, ਬਹੁਤ ਅੱਛਾ। ਅੱਜ ਜਿਹੜਾ ਤੁਹਾਡਾ ਖਾਸ ਤੌਰ 'ਤੇ ਜਿਹੜਾ ਵਾਲਾ ਆਉਣ ਦਾ ਜਿਹੜਾ ਮਕਸਦ ਹੈ ਉਹ ਕੀ ਹੈ? ਅੱਜ ਦਾ ਸਾਡਾ ਮੇਨ ਵਿਜ਼ਿਟ ਦਾ ਮਕਸਦ ਇਹ ਹੈਗਾ ਕਿ ਅਸੀਂ ਮੁਤਲਕਾ ਜਿਹੜਾ ਆਈਓ ਮੁਤਲਕਾ ਥਾਣਾ ਜਿਹੜਾ ਉਹਨੂੰ ਮਿਲਣ ਵਾਸਤੇ ਮੁਤਲਕਾ ਆਈਓ ਨੂੰ ਆਏ ਆ ਤਾਂ ਕਿ ਸਾਨੂੰ ਹੁਣ ਤੱਕ ਦੀ ਅਪਡੇਟ ਦੇ। ਅਗਰ ਬੱਚੇ ਕੋਈ ਮੁਲਜ਼ਮਾਨ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਤਾਂ ਅਸੀਂ ਕਾਨੂੰਨੀ ਰਾਹ ਉਹਦੇ ਵਾਸਤੇ ਇਖਤਿਆਰ ਕਰਾਂਗੇ। ਇਸ ਵਕਤ ਜਿਹੜੀ ਫੈਮਿਲੀ ਦੀ ਜ਼ਹਿਨੀ ਔਰ ਕਹਿ ਲਓ ਕਿ ਇੱਕ ਮੁਆਸ਼ਰਤੀ ਹਾਲਤ ਹੈ, ਉਹਦੇ ਬਾਰੇ ਬਤੌਰ ਵਕੀਲ ਤੁਸੀਂ ਕੀ ਸਮਝਦੇ ਹੋ ਕਿ ਉਹ ਹੁਣ ਪਹਿਲੇ ਦਿਨ ਨਾਲੋਂ ਜ਼ਿਆਦਾ ਸਟੇਬਲ ਨੇ ਜਾਂ ਕੀ ਹੈ? ਦੇਖੋ ਸਰ, ਜਿਸ ਦਿਨ ਅਸੀਂ ਪਹਿਲੇ ਦਿਨ ਆਏ ਆ ਆਪਣੀ ਲੀਗਲ ਟੀਮ ਦੇ ਨਾਲ, ਉਸ ਦਿਨ ਉਹਨਾਂ ਦੀ ਹਾਲਤ ਮੈਂਟਲੀ ਫਿਜ਼ੀਕਲੀ ਬਹੁਤ ਖਰਾਬ ਸੀ, ਬਲਕਿ ਬਹੁਤ ਬੁਰੇ ਹਾਲਾਤ ਸਨ। ਬਲਕਿ ਉਹਨਾਂ ਦੀ ਇਸ ਤਰ੍ਹਾਂ ਦੇ ਹਾਲਾਤ ਹੋ ਚੁੱਕੇ ਸਨ ਬਲਕਿ ਉਹ ਕਿਸੇ ਤੇ ਟਰਸਟ ਕਰਨ ਵਾਸਤੇ ਵੀ ਤਿਆਰ ਨਾ ਸਨ ਹੈਗੇ। ਬਲਕਿ ਈਵਨ ਕਿ ਅਸੀਂ ਜਦੋਂ ਇਸ ਟੀਮ ਫੈਮਿਲੀ ਨੂੰ ਮਿਲ ਕੇ ਗਏ ਉਸ ਟਾਈਮ ਤੱਕ ਸਾਨੂੰ ਵੀ ਬਲਕਿ ਕੋਈ ਪ੍ਰੋਪਰ ਰਿਸਪੌਂਸ ਨਹੀਂ ਮਿਲਿਆ। ਫਿਰ ਇਹਨਾਂ ਨੂੰ ਬਲਕਿ ਉਸ ਤੋਂ ਬਾਅਦ ਸਾਨੂੰ ਇਹਨਾਂ ਕਾਲ ਕੀਤੀ ਹੈ, ਜਿਸ ਦਿਨ ਉਹ 164 ਦੀ ਸਟੇਟਮੈਂਟ ਹੋਈ ਹੈ, ਫਿਰ ਫੈਮਿਲੀ ਦਾ ਟਰਸਟ ਸਾਡੇ ਤੇ ਬਹਾਲ ਹੋਇਆ ਸਰ। ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਮੌਜੂਦ ਨੇ ਨਜ਼ੀਰ ਮਸੀਹ ਸਾਹਿਬ ਜਿਹੜੇ ਵਾਲਿਦ ਨੇ ਰੀਨਾ ਦੇ ਬੇਟੀ ਦੇ। ਅਸੀਂ ਚਾਹਾਂਗੇ ਕਿ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਏ। ਨਜ਼ੀਰ ਸਾਹਿਬ, ਕੀ ਹੋਇਆ ਸੀ ਔਰ ਕਿਸ ਤਰ੍ਹਾਂ ਹੋਇਆ ਔਰ ਫਿਰ ਇਹ ਜਿਹੜੀ CTS ਦੀ ਟੀਮ ਹੈ ਇਹ ਤੁਹਾਨੂੰ ਕਿੰਜ ਲੱਭੇ ਔਰ ਹੁਣ ਤੱਕ ਕੀ ਸੂਰਤ ਹਾਲ ਹੈ? ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਘਰ ਆਏ ਨੇ ਤੇ ਮੈਨੂੰ ਇਨਸਾਫ ਲਈ ਇਹ ਮੇਰੇ ਨਾਲ ਸ਼ਾਨਾ ਬਿਸ਼ਾਨਾ ਚੱਲ ਰਹੇ ਨੇ। ਠੀਕ ਹੈ ਜੀ।
ਕਾਨੂੰਨੀ ਪੋਜੀਸ਼ਨ ਇਹ ਹੈ ਕਿ 1 ਮਾਹ ਹੋ ਗਿਆ ਜੀ ਪੂਰਾ, ਅੱਜ ਤੱਕ ਮੁਜਰਮਾਨ ਫੜੇ ਨਹੀਂ ਗਏ ਤੇ ਅੱਜ ਵੀ ਇਹਨਾਂ ਦੇ ਨਾਲ ਮੈਂ ਜਾ ਰਿਹਾ ਵਾਂ ਤੇ ਦੇਖੋ ਰਿਕੁਐਸਟ ਕਰਾਂਗੇ ਕਿ ਸਾਡੇ ਨਾਲ ਕੀ ਤਾਮਨ ਕਰਦੇ ਨੇ। ਸਾਨੂੰ ਕੋਈ ਅਜੇ ਇਨਸਾਫ ਦੀ ਜਿਹੜੀ ਉਹਨਾਂ ਕੋਲ ਤਵੱਕੋ ਨਹੀਂ ਹੈਗੀ ਕਿ ਕਿਸੇ ਕਿਸਮ ਦਾ ਕੋਈ ਮੁਜਰਮ ਫੜਿਆ ਹੋਵੇ, ਕੋਈ ਗੱਲਬਾਤ ਕੋਈ ਕਿਸੇ ਕਿਸਮ ਦੀ ਨਹੀਂ ਨਜ਼ਰ ਆ ਰਹੀ। ਅੱਛਾ, ਇਹ ਜਿਹੜੇ ਸੀਟੀਐਸ ਵਾਲੇ ਤੁਹਾਡੇ ਕੋਲ ਤੁਹਾਡੀ ਮਦਦ ਕਰ ਰਹੇ ਨੇ, ਉਹ ਕਹਿ ਰਹੇ ਨੇ ਕਿ 1 ਮਹੀਨੇ ਤੋਂ ਕਾਫੀ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਇਹਨਾਂ ਦੇ ਕੰਮ ਤੋਂ ਔਰ ਇਹਨਾਂ ਦੀ ਸਾਰੀ ਜਿਹੜੀ ਮਿਹਨਤ ਹੈ ਉਹਦੇ ਤੋਂ ਮੁਤਮਈਨ ਹੋ, ਤੁਸੀਂ ਉਹ ਤੋਂ ਖੁਸ਼ ਹੋ? ਬਿਲਕੁਲ ਮੁਤਮਈਨ ਹਾਂ ਜੀ ਪੂਰਾ ਇਹਨਾਂ ਦੀ। ਤੁਸੀਂ ਸਮਝਦੇ ਹੋ ਕਿ ਜਿਹੜਾ ਜਿਸ ਤਰ੍ਹਾਂ ਤੁਹਾਡੀ ਮਦਦ ਕੀਤੀ ਜਾਣੀ ਚਾਹੀਦੀ ਸੀ ਉਸ ਤਰ੍ਹਾਂ ਹੀ ਹੋਣ ਦਈ ਹੈ? ਬਿਲਕੁਲ ਹੋ ਰਹੀ ਹੈ ਸਾਰੇ ਇਹਨਾਂ ਤੋਂ ਹੋ ਰਹੀ ਹੈ ਅੱਛਾ, ਜੀ। ਜਦੋਂ ਦੀ ਰੀਨਾ ਘਰ ਆਈ ਹੈ, ਤੁਸੀਂ ਲੈ ਕੇ ਆਏ ਹੋ ਔਰ ਇਹ ਸਾਰਾ ਬਾਜ਼ਿਆਬੀ ਹੋਈ ਹੈ, ਉਸ ਦਿਨ ਦੇ ਔਰ ਅੱਜ ਦੇ ਹਾਲਤ ਦੇ ਵਿੱਚ ਤੁਸੀਂ ਰੀਨਾ ਦੀ ਜ਼ਿਹਨੀ ਔਰ ਜਿਹੜੀ ਜਿਸਮਾਨੀ ਹਾਲਤ ਹੈ ਉਹਨੂੰ ਕਿਸ ਤਰ੍ਹਾਂ ਦਾ ਪਾਉਂਦੇ ਹੋ? ਸਰ ਬਿਲਕੁਲ ਸਾਰਿਆਂ ਨੇ ਵੀ ਦੱਸਿਆ ਕਿ ਜਿਸ ਦਿਨ ਇਹ ਬਿਆਨ ਹੋ ਗਏ ਨੇ 64 ਦੇ, ਉਸ ਤੋਂ ਬਾਅਦ ਦਿਨ ਬ ਦਿਨ ਜਿਹੜਾ ਵਾ ਅੱਛੀ ਤਰਫ ਹੀ ਜਾ ਰਹੀ ਹੈ ਬੱਚੀ। ਤੁਹਾਨੂੰ ਮਤਲਬ ਇਹ ਹੁਣ ਉਮੀਦ ਹੈ ਵੇ ਕਿ ਸੀਟੀਐਸ ਦੇ ਨਾਲ ਮਿਲ ਕੇ ਖੁਦਾ ਜਿਹੜਾ ਉਹ ਤੁਹਾਡੇ ਲਈ ਇਨਸਾਫ ਔਰ ਜਿਹੜੇ ਬਾਕੀ ਲੋਕ ਨੇ ਜਿਹੜੇ ਤੁਹਾਡੇ ਲਈ ਇਨਸਾਫ ਦੀ ਮਿਹਨਤ ਕਰਦੇ ਪਏ ਨੇ, ਉਹ ਸਾਰੇ ਜਿਹੜੇ ਨੇ ਉਹ ਠੀਕ ਲਾਈਨ ਤੇ ਮਿਹਨਤ ਕਰਦੇ ਪਏ ਜੀ ਨੇ? ਬਿਲਕੁਲ ਕਰ ਰਹੇ ਜੀ, ਬਿਲਕੁਲ। ਖੁਦਾਵੰਦ ਤੁਹਾਡੇ ਨਾਲ ਹੋਵੇ, ਖੁਦਾਵੰਦ ਤੁਹਾਨੂੰ ਇਨਸਾਫ ਦੇਵੇ। ਅਸੀਂ ਨੈਸ਼ਨਲ ਨਿਊਜ਼ ਔਰ ਬਾਕੀ ਸੀਟੀਐਸ ਦੀ ਪੂਰੀ ਟੀਮ ਤੁਹਾਡੇ ਨਾਲ ਹੈ। ਇਸ ਵਕਤ ਸਾਡੇ ਨਾਲ ਸ਼ਕੀਲ ਸਾਹਿਬ ਜੁੜੇ ਨੇ, ਜਿਹੜੇ ਕਿ ਇੱਥੇ ਦੇ ਇੱਕ ਸਮਾਜੀ ਔਰ ਸਿਆਸੀ ਕਾਰਕੁਨ ਨੇ। ਇਹਨਾਂ ਦਾ ਜਿਹੜਾ ਕਿ ਕਾਫੀ ਅੱਛਾ ਨਾਂ ਹੈ ਔਰ ਇਹ ਪਹਿਲੇ ਦਿਨ ਤੋਂ ਹੀ ਇਹਨਾਂ ਦੀ ਮਦਦ ਦੇ ਵਿੱਚ ਨੇ। ਨਜ਼ੀਰ ਮਸੀਹ ਸਾਹਿਬ ਰੀਨਾ ਬੱਚੀ ਨੂੰ ਇਨਸਾਫ ਦਿਲਾਉਣ ਵਾਸਤੇ ਅਸੀਂ ਸ਼ਕੀਲ ਸਾਹਿਬ ਤੋਂ ਪੁੱਛਾਂਗੇ ਕਿ ਸ਼ਕੀਲ ਭਾਈ ਇਹ ਕੀ ਕੇਸ ਹੈ ਔਰ ਕਿਸ ਤਰ੍ਹਾਂ ਹੋਇਆ ਹੈ ਔਰ ਤੁਸੀਂ ਇਹਦੇ 'ਚ ਕੀ ਕਰ ਰਹੇ ਹੋ? ਸਭ ਤੋਂ ਪਹਿਲਾਂ ਮੈਂ ਮੁਕਲਾ ਹਜ਼ਰਾਤ ਦੀ ਟੀਮ ਬਰਾਈ 'ਚ ਇੱਥੇ ਆਈ ਹੈ, ਆਸ਼ਰ ਬਾਈ ਔਰ ਦੀਗਰ ਸਾਰੇ ਅਫਰਾਦ ਦਾ ਬੜਾ ਮਸ਼ਕੂਰ ਹਾਂ ਕਿ ਜੜ੍ਹਾਂਵਾਲਾ ਇਹ ਸਾਡੇ ਦੁੱਖ ਦੇ ਵਿੱਚ ਸ਼ਾਮਲ ਹੋਏ ਔਰ ਬਾਈ ਨਜ਼ੀਰ ਦੀ ਫੈਮਿਲੀ ਦਾ ਜਿਹੜਾ ਮੈਟਰ ਹੈ ਉਹਨੂੰ ਬੜਾ ਇਹਨਾਂ ਨੇ ਡੀਪਲੀ ਫੋਕਸ ਕੀਤਾ ਹੈ। ਐਕਚੁਅਲੀ 31 ਜੁਲਾਈ ਦੀ ਤਕਰੀਬਨ 7:30 ਦਾ ਟਾਈਮ ਸੀਗਾ ਤੇ 3 ਲੋਕ ਸਨ ਜਿਹੜੇ ਫੈਮਿਲੀ ਦੇ ਵਿੱਚ, ਇਹਨਾਂ ਦੀ ਬੀਵੀ ਸੀ ਭਾਈ ਨਜ਼ੀਰ ਦੀ, ਇਹਨਾਂ ਦੀ ਬੇਟੀ ਸੀ ਤੇ 3 ਲੋਕ ਸਾਨੂੰ ਜਿਹੜੇ ਆਏ ਸਨ ਇੱਥੇ, ਉਹਨਾਂ ਨੇ ਇਹਨਾਂ ਦੀ ਬੱਚੀ ਨੂੰ ਇੱਥੋਂ ਕਿਡਨੈਪ ਕਰਕੇ ਕਿਸੇ ਨਾਮਲੂਮ ਜਗ੍ਹਾ ਤੇ ਲੈ ਗਏ ਔਰ 5-6 ਦਿਨ ਉਹਦੇ ਨਾਲ ਜਬਰਨ ਰੇਪ ਕੀਤਾ ਹੈ। ਬਾਅਦ 'ਚ ਉਹਨੂੰ ਫੋਰਸ ਕਨਵਰਸ਼ਨ ਵਾਸਤੇ ਬੜਾ ਉਹਨਾਂ ਨੇ ਤਸ਼ੱਦਦ ਕੀਤਾ। ਉਸ ਤੋਂ ਬਾਅਦ 5 ਅਗਸਤ ਦੀ ਸ਼ਾਮ ਤਕਰੀਬਨ 8-9 ਵਜੇ ਬੱਚੀ ਜਿਹੜੀ ਰਿਕਵਰ ਕੀਤੀ ਲਾਹੌਰ ਰੋਡ ਤੋਂ ਢਾਂਕੇ ਸਟਾਪ ਇੱਕ ਗਾਉਂ ਦਾ, ਉੱਥੇ ਸਾਰੇ ਬਾਜ਼ਾਰ ਇੱਕ ਔਰਤ ਨੇ ਇਹਨਾਂ ਦੀ ਬੱਚੀ ਦੀ ਫੋਨ ਤੇ ਗੱਲ ਕਰਵਾਈ, ਰਾਬਤਾ ਹੋਇਆ ਤੇ ਫਿਰ ਉੱਥੋਂ ਰਿਕਵਰ ਕੀਤਾ। ਉਸ ਤੋਂ ਪਹਿਲਾਂ ਆਲਰੇਡੀ 2 ਦਿਨ ਪਹਿਲਾਂ FIR ਜਿਹੜੀ ਸੀ ਉਹ ਕਿਡਨੈਪਿੰਗ ਦੀ ਰਜਿਸਟਰਡ ਹੋ ਚੁੱਕੀ ਸੀ। ਲੇਕਿਨ ਅਫਸੋਸ ਦੀ ਗੱਲ ਇਹ ਵੇ ਕਿ ਇਹਨਾਂ ਨੂੰ ਮੈਡੀਕਲ ਐਗਜ਼ਾਮੀਨੇਸ਼ਨ ਦੇ ਦੌਰਾਨ ਡਾਕਟਰਸ ਨੇ ਬਹੁਤ ਜ਼ਿਆਦਾ ਮਤਲਬ ਕਿ ਕੁਛ ਐਸੇ ਕੁਐਸਚਨ ਦੀਆਂ ਕੋਆਪਰੇਟ ਨਹੀਂ ਕੀਤਾ। ਸੈਕਿੰਡ, ਅੱਜ 30 ਅਗਸਤ ਹੋ ਗਈ ਹੈ, 1 ਦਿਨ ਬਾਕੀ ਹੈ 1 ਮਾਹ ਹੋਣ 'ਚ। ਅੱਜ ਦੇ ਦਿਨ ਤੱਕ ਪੁਲਿਸ ਨੇ ਇੱਕ ਰੇਡ ਵੀ ਨਹੀਂ ਕੀਤੀ ਕਿ ਉਹਨਾਂ ਮੁਲਜ਼ਮਾਨ ਨੂੰ ਗ੍ਰਿਫਤਾਰ ਵੀ ਕੀਤਾ ਜਾਏ ਜਾਂ ਕੋਸ਼ਿਸ਼ ਕੀਤੀ ਜਾਏ। ਈਵਨ ਕਿ ਬਲਕਿ ਮੁਖਤਲਿਫ ਰਿਸੋਰਸਿਸ ਔਰ ਚੈਨਲਸ ਨਾਲ ਮੈਨੂੰ ਔਰ ਦੀਗਰ ਸਾਡੇ ਨਾਲ ਜਿਹੜੇ ਦੋਸਤ ਹਨ ਭਾਈ ਨਜ਼ੀਰ ਨਾਲ ਅਸੀਂ ਮਿਲ ਕੇ ਜਿਹੜੀ ਇਹਨਾਂ ਦੀ ਫੇਵਰ ਔਰ ਇਹਨਾਂ ਦੀ ਮਦਦ ਕਰਨਾ ਚਾਹ ਰਹੇ ਨੇ, ਸਾਨੂੰ ਅਪਰੋਚ ਕੀਤਾ ਕਿ ਅਸੀਂ ਇਹਨਾਂ ਦਾ ਕਿਸੇ ਤਰ੍ਹਾਂ ਮੈਟਰ ਜਿਹੜਾ ਹੈ ਸਿਟਿੰਗ ਕਰਵਾ ਕੇ ਰਿਜ਼ੋਲਵ ਕਰਵਾਉਣ ਦੀ ਕੋਸ਼ਿਸ਼ ਕਰੀਏ। ਜਦਕਿ ਰਿਜ਼ੋਲਵੇਬਲ ਮੈਟਰ ਇਸ ਤੋਂ ਨਹੀਂ ਹੈ ਕਿਉਂਕਿ ਬੜੀ ਤੇਜ਼ੀ ਦੇ ਨਾਲ ਕ੍ਰਿਸਚੀਅਨ ਕਮਿਊਨਿਟੀ ਜਾਂ ਜਿਹੜੀ ਫੋਰਸ ਕਨਵਰਸ਼ਨ ਹੈ ਉਹਦਾ ਬੜਾ ਮਾਮਲਾ ਪਾਕਿਸਤਾਨ 'ਚ ਤੇਜ਼ੀ ਨਾਲ ਵੱਧ ਰਿਹਾ ਹੈ ਔਰ ਮੇਰਾ ਖਿਆਲ ਕਿਸੇ ਸਿਆਸੀ ਜ਼ਮਾਨ ਨਾਲ ਮੁਤੱਲਕ ਹੋਏ ਜਾਂ ਨਹੀਂ ਹੋਏ, ਇਹ ਸਾਡੀ ਕਮਿਊਨਿਟੀ ਦਾ ਬੜਾ ਅਹਿਮ ਮੈਟਰ ਹੈ ਔਰ ਇਹਨੂੰ ਰੁਕਣਾ ਚਾਹੀਦਾ ਹੈ। ਔਰ ਅਸੀਂ ਬੜੇ ਮਸ਼ਕੂਰ ਹਾਂ ਕਿ CTS ਦੀ ਟੀਮ ਨੇ ਇਹਨਾਂ ਨਾਲ ਮੁਕੰਮਲ ਕੋਆਪਰੇਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਅਗਰ ਮੁਲਜ਼ਮਾਨ ਨੂੰ ਸਜ਼ਾ ਦਿਲਾਉਣ ਵਾਸਤੇ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਦੇ ਫੋਰਮ ਤੱਕ ਵੀ ਜਾਣਾ ਪਿਆ, ਅਸੀਂ ਪੂਰੀ ਇਹਨਾਂ ਨਾਲ ਕੋਆਪਰੇਸ਼ਨ ਰੱਖਾਂਗੇ। ਸ਼ਕੀਲ ਭਾਈ, ਮੇਰਾ ਇੱਕ ਸਵਾਲ ਹੈ। ਜੀ ਸਰ। ਅਗਰ ਇਹ ਕੇਸ ਅੱਗੇ ਚੱਲਦਾ ਹੈ ਔਰ ਤੁਸੀਂ ਹੁਣੇ ਆਪ ਹੀ ਆਪਣੇ ਮੂੰਹੋਂ ਦੱਸਿਆ ਵੀ ਇੱਕ ਫੋਰਸ ਕਨਵਰਜਨ ਦਾ ਇੱਕ ਕੇਸ ਵੀ ਹੈ, ਰੇਪ ਦਾ ਕੇਸ ਤੇ ਹੈ ਹੀ ਹੈ ਪਰ ਨਾਲ ਹੀ ਨਾਲ ਫੋਰਸ ਕਨਵਰਜਨ ਦਾ ਵੀ ਕੇਸ ਹੈ। ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਕੁਝ ਇਦਾਰੇ ਨੇ ਜਿਹੜੇ ਇਸਲਾਮ, ਉਹਨਾਂ ਨੇ ਕਿਹਾ ਵੀ ਫੋਰਸ ਕਨਵਰਜਨ ਇੱਥੇ ਹੈ ਨਹੀਂ ਔਰ ਫੋਰਸ ਕਨਵਰਜਨ ਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਮਤਲਬ ਜਿਹੜੀ ਐਵੀਡੈਂਸਿਸ ਨਹੀਂ ਗੀ। ਅਗਰ ਕਦੀ ਤੁਹਾਨੂੰ ਬਤੌਰ ਵਿਟਨੈਸ ਜਾਂ ਬਤੌਰ ਇਸ ਗੱਲ ਦੀ
ਸਪੋਰਟ ਦੇ ਵਿੱਚ ਅਦਾਲਤ ਜਾਂ ਕਿਸੇ ਹੋਰ ਫੋਰਮ ਤੇ ਬੁਲਾਇਆ ਜਾ, ਤੁਸੀਂ ਜਾਓਗੇ? ਦੇਖੋ ਸਰ, ਇਸ ਤਰ੍ਹਾਂ ਹੈ ਕਿ ਬੱਚੀ ਦੀ ਜਿਹੜੀ ਸਟੇਟਮੈਂਟ ਆਈ ਹੈ ਉਹਦੇ ਮੁਤਾਬਕ ਉਹਨਾਂ ਨੇ ਕਲੀਅਰ ਕੱਟ ਕਿਹਾ ਕਿ ਮੈਨੂੰ ਮਤਲਬ ਕਿ ਬੜਾ ਇਸ ਗੱਲ ਵਾਸਤੇ ਤਸ਼ੱਦਦ ਕੀਤਾ, ਮੇਰੀ ਬਾਜ਼ੂ ਫ੍ਰੈਕਚਰ ਹੋਈ ਹੈ ਕਿ ਮੈਨੂੰ ਫੋਰਸ ਕਰ ਰਹੇ ਸਨ ਕਨਵਰਟ ਹੋ, ਮੈਂ ਨਹੀਂ ਕਨਵਰਟ ਹੋਈ। ਇਟ ਮੀਨਸ ਕਿ ਮਤਲਬ ਕਿ ਕਲੀਅਰ ਗੱਲ ਹੈ ਕਿ ਉਹਨੂੰ ਜਬਰਨ ਕਰ ਰਹੇ ਸਨ ਔਰ ਬਜ਼ਾਤੇ ਖੁਦ ਉਹਦੀ ਸਟੇਟਮੈਂਟ ਹੈ, ਵਿਟਨੈਸ ਹੈ ਔਰ ਵਾਪਸ ਆਉਣਾ ਔਰ ਸਾਰਾ ਕੁਛ ਨਾ ਕਰਨਾ ਸ਼ਾਇਦ ਅਗਰ ਵਿਲਿੰਗ ਨਾਲ ਹੈ। ਦੇਖੋ ਅਸੀਂ ਪਾਕਿਸਤਾਨ ਦੇ ਅਸੀਂ ਦੁਸ਼ਮਣ ਨਹੀਂ, ਅਸੀਂ ਬੜੇ ਰਿਸਪੌਂਸਿਬਲ ਸਿਟੀਜ਼ਨ ਪਾਕਿਸਤਾਨ ਦੇ ਔਰ ਸਾਡਾ ਇਹ ਸ਼ਹਿਰ ਹੈ, ਸਾਡਾ ਇਹ ਮੁਲਕ ਹੈ ਜਿਤਨੇ ਇੱਕ ਦੂਸਰੇ ਮਜ਼ਹਬ ਦੇ ਮੰਨਣ ਵਾਲੇ ਦਾ ਪੂਰਾ ਹੱਕ ਹੈ, ਸਾਡਾ ਵੀ ਉਤਨਾ ਹੈ। ਲੇਕਿਨ ਅਗਰ ਇਸ ਤਰ੍ਹਾਂ ਦੇ ਮਾਮਲਾਤ ਹੋ ਰਹੇ ਨੇ ਉਹ ਦੁਨੀਆ ਦੀ ਦੂਸਰੀ ਡਿਵੈਲਪ ਕੰਟਰੀਜ਼ ਵਿੱਚ ਕੁਝ ਐਸੇ ਇਸ਼ੂਜ਼ ਨੇ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਾਕਿਸਤਾਨ ਤੇ ਐਸਾ ਕੋਈ ਇਸ਼ੂ ਬਣਾ ਰਹੇ ਹਾਂ। ਇਹ ਉਹ ਚੀਜ਼ ਹੈ, ਇੱਕ ਬੈਡ ਸੈਕਟਰ ਹੈ ਜਿਹੜਾ ਕੁਝ ਹੋਰ ਸੁਸਾਇਟੀ ਦਾ ਹਮੇਸ਼ਾ ਤੋਂ ਰਿਹਾ ਔਰ ਦੀਗਰ ਕੰਟਰੀਜ਼ 'ਚ ਵੀ ਹੈ ਔਰ ਇਹ ਹੱਲ ਹੋਣਾ ਚਾਹੀਦਾ ਹੈ। ਇਹਨੂੰ ਸਹੀ ਸਿਮਟਣਾ, ਅਗਰ ਸਾਨੂੰ ਇਸ ਤਰ੍ਹਾਂ ਦੇ ਮਾਮਲਾਤ ਉੱਤੇ ਇਨਸਾਫ ਨਹੀਂ ਮਿਲੇਗਾ ਤਾਂ ਫਿਰ ਸਾਡਾ ਕੁਐਸਚਨ ਹੈ ਅਗਰ ਜਿਸ ਤਰ੍ਹਾਂ ਕਿ ਤੁਸੀਂ ਸਮਾਜੀ ਔਰ ਸਿਆਸੀ ਵਰਕਰ ਹੋ, ਅਗਰ ਇਸ ਜਿਹੜਾ ਕੇਸ ਹੈ ਇਹਨੂੰ ਕਦੀ ਆਵਾਮੀ ਸਪੋਰਟ ਦੀ ਜ਼ਰੂਰਤ ਹੋਈ ਤੇ ਤੁਸੀਂ ਔਰ ਤੁਹਾਡੇ ਲੋਕ ਇਹਨਾਂ ਦੇ ਪਿੱਛੇ ਖੜੇ ਹੋ? ਸਰ ਦੇਖੋ, ਅਸੀਂ ਤੇ ਅੱਜ ਇਸ ਗੱਲ ਨੂੰ ਤਕਰੀਬਨ 30 ਦਿਨ ਤੋਂ ਉੱਤੇ ਟਾਈਮ ਹੋ ਜਾਣ ਲੱਗਾ ਹੈ। ਅਸੀਂ ਦਿਨ ਰਾਤ ਇਹਨਾਂ ਦੇ ਨਾਲ ਆ ਔਰ ਇਹਨਾਂ ਦੀ ਜਿਹੜੀ ਵਿਲਿੰਗ ਹੈ, ਇਹਨਾਂ ਦੀ ਮਰਜ਼ੀ ਹੈ ਜਿਹੜੀ ਕਿ ਇਹ ਕੇਸ ਨੂੰ ਵਿਡਰਾਅ ਕਰਨਾ ਚਾਹਣ, ਅਗਰ ਕਿਸੇ ਸਟੇਜ ਤੇ ਆ ਕੇ ਕਰਨਾ ਚਾਹਣ ਜਾਂ ਮੁਲਜ਼ਮਾਨ ਦੀ ਸਜ਼ਾ ਤੱਕ ਇਹ ਚਾਹੁੰਦੇ ਨੇ, ਅਸੀਂ ਇਹਨਾਂ ਦੇ ਨਾਲ ਹਾਂ। ਲੇਕਿਨ ਇਹ ਫੈਸਲਾ ਇਹਨਾਂ ਦਾ ਔਰ ਇਹਨਾਂ ਦਾ ਫੈਸਲਾ ਇਹ ਹੀ ਹੈ ਕਿ ਮੁਲਜ਼ਮਾਨ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਆਇੰਦਾ ਤੋਂ ਕੋਈ ਕਿਸੇ ਨੂੰ ਜਬਰਨ ਤਸ਼ੱਦਦ ਕਰਕੇ ਇਸ ਤਰ੍ਹਾਂ ਦਾ ਮਾਮਲਾ ਨਹੀਂ ਕਰੇ। ਔਰ ਅਗਰ ਕੋਈ ਆਪਣੀ ਵਿਲਿੰਗ ਨਾਲ ਐਸਾ ਮਾਮਲਾ ਕਰਦਾ ਤੇ ਉਹ ਤੇ ਉਹਦਾ ਇੰਡੀਵਿਜੂਅਲ ਮੈਟਰ ਔਰ ਫੇਥ ਹਮੇਸ਼ਾ ਤੋਂ ਕਿਸੇ ਵੀ ਇਨਸਾਨ ਦਾ ਇੰਡੀਵਿਜੂਅਲ ਮੈਟਰ ਹੈ, ਉਹਨੂੰ ਕਦੀ ਵੀ ਫੋਰਸ ਕਨਵਰਟ ਨਹੀਂ ਕੀਤਾ ਜਾ ਸਕਦਾ। ਬਤੌਰ ਸਿਆਸੀ ਲੀਡਰ ਤੁਸੀਂ ਕਹਿ ਰਹੇ ਹੋ ਕਿ ਇਹ ਕਿਸੇ ਦਾ ਜ਼ਾਤੀ ਮਾਮਲਾ, ਲੇਕਿਨ ਜਦੋਂ ਰੇਪ ਹੋਇਆ, ਜਨਾਬ ਬਿਲ ਜ਼ਬਰ ਦੀ ਅਸੀਂ ਗੱਲ ਕਰਨੇ ਆ ਔਰ ਖ਼ਾਸ ਤੌਰ ਤੇ ਫੋਰਸ ਕਨਵਰਜਨ ਦੀ ਗੱਲ ਕਰਨੇ ਆ, ਤੇ ਮੇਰਾ ਇਹ ਖਿਆਲ ਹੈ ਔਰ ਕਿਉਂਕਿ ਇਹ ਸਮਝਿਆ ਜਾਂਦਾ ਹੈ ਮੁਅੱਜ਼ਮ ਮਾਸ਼ਰਿਆਂ ਦੇ ਵਿੱਚ ਕਿ ਫਿਰ ਜਿਹੜੇ ਲੀਡਰਸ ਨੇ ਉਹ ਫਿਰ ਜਿਹੜੇ ਨੇ ਉਹ ਕੌਮ ਦੇ ਔਰ ਉਹ ਜਿਹੜੇ ਵਿਕਟਮਸ ਹੁੰਦੇ ਨੇ ਉਹਨਾਂ ਦੇ ਬਾਪ ਬਣ ਜਾਂਦੇ ਨੇ। ਅਸੀਂ ਤੁਹਾਡੇ ਤੋਂ ਕੀ ਐਕਸਪੈਕਟ ਕਰੀਏ? ਸਰ ਦੇਖੋ, ਅੱਜ ਦੇ ਦਿਨ ਤੱਕ ਇਸ ਗੱਲ ਦੀ ਉਹ ਖੁਦ ਹੀ ਗਵਾਹੀ ਦੇ ਸਕਦੇ ਕਿ ਅਸੀਂ ਇਹਨਾਂ ਦੇ ਮੁਕੰਮਲ ਨਾਲ ਆ। ਈਵਨ ਕਿ ਇੱਥੇ ਤਾਰਕ ਗਿੱਲ ਸਾਹਿਬ ਆਏ ਸਨ, ਉਹਨਾਂ ਦਾ ਪਾਕਿਸਤਾਨ ਮੁਸਲਿਮ ਲੀਗ ਨਾਲ ਤਾਲੁਕ ਹੈ, ਮੈਂਬਰ ਮਿਊਨਿਸਪਲ ਪੰਜਾਬ ਅਸੈਂਬਲੀ ਨੇ, ਕਾਮਰਨ ਮਾਈਕਲ ਸਾਹਿਬ ਜਿਹੜੇ ਮੈਂਬਰ ਸੈਨੇਟ ਨੇ, ਭਾਈ ਨੇ ਵੱਡੇ, ਮੈਂ ਉਹਨਾਂ ਨਾਲ ਗੱਲ ਵੀ ਕੀਤੀ ਫੋਨ ਤੇ, ਸਾਰਾ ਮਾਮਲਾ ਉਹਨਾਂ ਨਾਲ ਡਿਸਕਸ ਕੀਤਾ ਔਰ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਤੁਹਾਡੇ ਨਾਲ ਆ, ਜਦੋਂ ਕਿਤੇ ਮੇਰੀ ਜ਼ਰੂਰਤ ਵੀ ਪੈਗੀ ਮੈਂ ਤੁਹਾਡੇ ਨਾਲ 1 to 1 ਨਾਲ ਤੁਹਾਡੇ ਖੜਾ ਹਾਂ। ਤੇ ਅਸੀਂ ਸਾਰੇ ਮਾਈਕਲ ਸਾਹਿਬ ਔਰ ਤਾਰਕ ਗਿੱਲ ਸਾਹਿਬ ਨੇ ਜਦੋਂ ਇਹ ਗੱਲ ਕਹੀ ਹੈ ਕਿ ਜਦੋਂ ਤੁਹਾਨੂੰ ਲੋੜ ਪਏਗੀ, ਤੁਹਾਡਾ ਕੀ ਖਿਆਲ ਹੈ ਕਿ ਹਾਲੇ ਵੀ ਲੋੜ ਨਹੀਂ ਪਈ? ਸਰ ਦੇਖੋ, ਉਹਨਾਂ ਨੇ ਸਿਚੁਏਸ਼ਨ ਇਹ ਸੀਗੀ ਕਿ ਕੱਲ੍ਹ ਨੂੰ ਅਗਰ ਅਸੀਂ ਕੋਈ ਅਸੀਂ ਪ੍ਰੈਸ ਕਾਨਫਰੰਸ ਜਾਂ ਐਸਾ ਕੋਈ ਸਿਲਸਿਲਾ ਅਗਰ ਰੱਖਦੇ ਆ, ਸਾਨੂੰ ਜ਼ਰੂਰਤ ਪੈਂਦੀ ਹੈ ਕਿ ਜਦੋਂ ਸਾਡੀ ਕੋਈ ਮਦਦ ਵਾਸਤੇ ਨਹੀਂ ਆ ਰਿਹਾ, ਕਿਉਂਕਿ ਮੀਡੀਆ ਜਿਹੜਾ ਵੇ ਸਟੇਟ ਦਾ ਬੜਾ ਅਹਿਮ ਸਤੂਨ ਹੈ ਕਿਸੇ ਵੀ ਸਟੇਟ ਦਾ, ਕਮਿਊਨੀਕੇਸ਼ਨ ਦਾ ਬੜਾ ਇੱਕ ਸਟਰੋਂਗ ਮੀਡੀਅਮ ਹੈ। ਤੇ ਅਗਰ ਸਾਡੀ ਸੁਣਵਾਈ ਨਹੀਂ ਕਰੇਗੀ ਪੁਲਿਸ ਜਾਂ ਜਿਹੜੇ ਬੈਠੇ ਇਕਤਦਾਰ ਦੀ ਆਵਾਨਾ 'ਚ ਜਾਂ ਇਖਤਿਆਰ ਦੇ ਜਿਨ੍ਹਾਂ ਕੋਲੇ, ਅਗਰ ਉਹ ਸਾਡੇ ਨਾਲ ਕੋਆਪਰੇਟ ਨਹੀਂ ਕਰਨਗੇ, ਅਸੀਂ ਫਿਰ ਪ੍ਰੈਸ ਕਾਨਫਰੰਸ ਵੀ ਕਰਾਂਗੇ ਔਰ ਜਿਸ ਫੋਰਮ ਤੋਂ ਵੀ ਹੋ ਸਕੇ ਅਸੀਂ ਪ੍ਰੋਟੈਸਟ ਵੀ ਕਰਾਂਗੇ, ਉਹਦੇ ਵਿੱਚ ਉਹ ਸ਼ਾਮਲ ਹੋਣਗੇ। ਥੈਂਕ ਯੂ, ਬਹੁਤ ਸ਼ੁਕਰੀਆ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਕੇਸ ਨੂੰ ਦੇਖਿਆ ਹੈ, ਤੁਸੀਂ ਵਕਲਾ ਦੀ ਗੁਫ਼ਤਗੂ ਸੁਣੀ ਹੈ, ਤੁਸੀਂ ਜਿਹੜੀ ਉੱਥੋਂ ਦੇ ਉਹ ਬੱਚੀ ਹੈ ਉਹਦੀ ਗੁਫ਼ਤਗੂ ਸੁਣੀ, ਉਹਦੀ ਵਾਲਦਾ ਦੇ ਆਂਸੂ ਤੁਸੀਂ ਦੇਖੇ ਨੇ ਔਰ ਖਾਸ ਤੌਰ ਤੇ ਤੁਸੀਂ CTS ਦਾ ਕਿਰਦਾਰ ਇਹਦੇ 'ਚ ਦੇਖਿਆ ਹੈ। ਕ੍ਰਿਸਚੀਅਨ ਟਰੂ ਸਪਿਰਿਟ ਇੱਕ ਐਸੀ ਮੈਂ ਸਮਝਣਾ ਕਿ ਰਿਲੀਫ ਦੇਣ ਵਾਲੀ ਔਰ ਐਸਾ ਲੋਕਾਂ ਦੇ ਜਿਹੜੇ ਫੱਟ ਨੇ ਉਹਨਾਂ ਦੇ ਉੱਤੇ ਮਲਮ ਲਾਉਣ ਵਾਲੀ ਇੱਕ ਐਸੀ ਤਨਜ਼ੀਮ ਦਾ ਨਾਂ ਹੈ ਜਿਹਨੂੰ ਜਿੰਨਾ ਵੀ ਸਰਾਇਆ ਜਾਏ, ਜਿਹਨੂੰ ਜਿੰਨੀ ਸ਼ਾਬਾਸ਼ ਦਿੱਤੀ ਜਾਏ ਉਹ ਘੱਟ ਹੈ। ਉਹ ਲੋਕਾਂ ਲਈ ਪੈਸੇ ਵੀ ਦਿੰਦੇ ਨੇ, ਲੋਕਾਂ ਦੀ ਕਾਨੂੰਨੀ ਇਮਦਾਦ ਵੀ ਕਰਦੇ ਨੇ ਤੇ ਥਾਣਿਆਂ ਦੇ ਵਿੱਚ, ਕਚਹਿਰੀਆਂ ਦੇ ਵਿੱਚ ਸ਼ੇਰਾਂ ਵਾਂਗੂ ਉਹਨਾਂ ਲਈ ਗੱਜਦੇ ਨੇ। ਇੱਕ ਹਿੱਸਾ ਜਿਹੜਾ ਜਿਹਦੇ ਲਈ ਮੈਂ ਮਤਲਬ ਦੁਬਾਰਾ ਤੁਹਾਡੀ ਖਿਦਮਤ 'ਚ ਹਾਜ਼ਰ ਆਇਆ, ਉਹ ਤੁਸੀਂ ਕਿਉਂਕਿ ਉਹਦੇ 'ਚ ਵੇਖਿਆ ਨਹੀਂ ਹੈ, ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉੱਥੇ ਕੀ ਹੋਇਆ। ਰੀਨਾ ਨਾਲ ਗੁਫ਼ਤਗੂ ਕਰਨ ਦੇ ਬਾਅਦ, ਰੀਨਾ ਦੇ ਵਾਲਿਦ ਨਾਲ ਗੁਫ਼ਤਗੂ ਕਰਨ ਦੇ ਬਾਅਦ ਅਸੀਂ ਥਾਣੇ ਗਏ। ਉੱਥੇ ਜੜ੍ਹਾਂਵਾਲੇ ਥਾਣੇ ਦੇ ਵਿੱਚ ਜਾ ਕੇ ਜਦੋਂ ਅਸੀਂ ਉੱਥੇ ਉਹ ਜਿਹੜਾ ਬੰਦਾ ਹੈ ਜਿਹਦੇ ਨਾਲ ਗੁਫ਼ਤਗੂ ਕਰਨੀ ਚਾਹੀਦੀ ਸੀ ਸਾਨੂੰ, ਆਬਾਦ ਅਲੀ IO ਸੀ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਹੈ, ਉਹ ਸਾਨੂੰ ਮਿਲ ਨਾ ਸਕਿਆ। ਉਹ ਜੀ ਚਾਹੇ ਜੋ ਛੁੱਟੀ 'ਤੇ ਗਿਆ ਹੈ ਤੇ ਉਹਦੀ ਜਗ੍ਹਾ 'ਤੇ ਜਿਹੜਾ ਬੰਦਾ ਕੰਮ ਕਰ ਰਿਹਾ ਸੀ ਉਹਨੂੰ ਜਦੋਂ ਅਸੀਂ ਕਿਹਾ ਕਿ ਤੂੰ ਇਹਦਾ ਕੀ ਕੀਤਾ ਗਿਆ, ਤੇ ਉਹਨੇ ਕਿਹਾ ਕਿ ਜੀ ਪੂਰਾ 1 ਮਹੀਨਾ ਹੋ ਗਿਆ ਲੇਕਿਨ ਅਸੀਂ ਬਾਵਜੂਦ 100 ਮਾਮਲਾਤ ਦੇ ਅਸੀਂ ਨਹੀਂ ਬੰਦਾ ਜਿਹੜਾ ਗ੍ਰਿਫਤਾਰ ਨਹੀਂ ਕਰ ਸਕੇ। ਉੱਥੇ ਜਿਹੜੀ CTS ਦੇ ਲੋਕਾਂ ਨੇ ਗੁਫ਼ਤਗੂ ਕੀਤੀ, ਉਹਨਾਂ ਨੇ ਵੀ
ਬਹੁਤ ਦਲੇਰਾਂ ਨਾਲ ਗੁਫ਼ਤਗੂ ਕੀਤੀ ਔਰ ਨਾਲ ਹੀ ਨੈਸ਼ਨਲ ਨਿਊਜ਼ ਦੀ ਜਿਹੜੀ ਟੀਮ ਉੱਥੇ ਗਈ ਸੀ ਉਹਨੇ ਵੀ ਆਪਣਾ ਜਿਹੜਾ ਇਸ ਜ਼ੁਲਮ ਦੇ ਵਾਸਤੇ ਆਵਾਜ਼ ਉਠਾਉਣ ਦਾ ਹਿੱਸਾ ਸੀ ਉਹ ਪਾਇਆ। ਰੀਨਾ ਨੂੰ ਇਨਸਾਫ ਨਾ ਦੇਣ ਦੀ ਇੱਕ ਵਜ੍ਹਾ ਹੈ ਜੀ, ਪਹਿਲਾ ਬਹਾਨਾ ਇਹ ਕੀਤਾ ਗਿਆ ਕਿ ਜੇ ਅਦਾਲਤਾਂ ਨੂੰ ਛੁੱਟੀਆਂ ਸਨ ਤੇ ਸਾਡੀ ਮਿਸਲ ਯਾਨੀ ਸਾਡੀ ਇਸ ਕੇਸ ਦੀ ਫਾਈਲ ਜਿਹੜੀ ਉੱਥੇ ਪਈ ਹੈ ਦਾਖਲ ਦਫ਼ਤਰ ਹੈ ਉੱਥੇ ਕੋਰਟ 'ਚ ਪਈ ਹੈ। ਮੈਂ ਸਵਾਲ ਇਹ ਕੀਤਾ ਕਿ ਤੁਸੀਂ ਮੈਨੂੰ ਹੁਕਮ ਫਰਮਾਓ ਕਿ ਕਿਆ ਅਗਰ ਮਿਸਲ ਜਿਹੜੀ ਹੈ ਯਾਨੀ ਫਾਈਲ ਜਿਹੜੀ ਹੈ ਕੇਸ ਦੀ ਅਗਰ ਉਹ ਅਦਾਲਤ ਦੇ ਵਿੱਚ ਹੋਵੇ ਤੇ ਕਿਆ ਅਦਾਲਤ ਇਸ ਗੱਲ ਤੇ ਪਾਬੰਦੀ ਲਾਉਂਦੀ ਹੈ ਕਿ ਤੁਸੀਂ ਮੁਲਜ਼ਮ ਨੂੰ ਜਾਂ ਮੁਜਰਮ ਨੂੰ ਗ੍ਰਿਫਤਾਰ ਨਾ ਕਰੋ? ਉਹਨਾਂ ਨੇ ਕਿਹਾ ਨਹੀਂ। ਤੇ ਮੈਂ ਕਿਹਾ ਫਿਰ ਤੁਸੀਂ ਕਿਉਂ ਕੀਤਾ? ਉਹਨਾਂ ਨੇ ਕਿਹਾ ਜੀ ਅਸੀਂ ਭੱਜ ਦੌੜ ਕਰ ਰਹੇ। ਮੈਂ ਕਿਹਾ ਜੀ ਭੱਜ ਦੌੜ ਤੁਸੀਂ ਕੀ ਕਰ ਰਹੇ ਹੋ? ਫਿਰ ਉਹਨਾਂ ਨੇ ਦੂਸਰਾ ਜਿਹੜਾ ਐਕਸਕਿਊਜ਼ ਕੀਤਾ, ਉਹਨਾਂ ਨੇ ਕਿਹਾ ਜੀ ਸਾਡੇ ਕੋਲ ਨਫਰੀ ਘੱਟ ਹੈ। ਨੈਸ਼ਨਲ ਨਿਊਜ਼ ਨੇ ਕਿਹਾ ਕਿ ਅਗਰ ਇਹ ਨਫਰੀ ਇੰਨੀ ਘੱਟ ਹੈ ਤਾਂ ਤੁਸੀਂ ਕਿੰਨੀ ਵਾਰੀ ਆਪਣੇ DSP ਜਾਂ SP ਨੂੰ ਕਿਹਾ ਹੈ ਕਿ ਨਫਰੀ ਪੂਰੀ ਕੀਤੀ ਜਾਏ? ਇਹ ਜੀ ਅਸੀਂ ਕਾਫੀ ਦਫਾ ਕਿਹਾ ਹੈ। ਮੈਂ ਕਿਹਾ ਓਕੇ, ਅਗਰ ਇਹ ਗੱਲ ਹੈ ਤਾਂ ਅਸੀਂ ਕੱਲ ਤੁਹਾਡੇ SP ਨੂੰ ਜਾ ਕੇ ਮਿਲਦੇ ਹਾਂ ਤਾਂ ਕਿ ਤੁਹਾਡੀ ਨਫਰੀ ਪੂਰੀ ਕਰੇ। ਨਹੀਂ ਉਹ ਗਈਆਂ ਨੇ ਦਰਖਾਸਤਾਂ, ਉਹ ਹੋ ਜਾਏਗਾ, ਇਹ ਉਹਨਾਂ ਦਾ ਜਵਾਬ ਸੀ। ਇਹਦਾ ਮਤਲਬ ਸਾਨੂੰ ਇਹ ਪਤਾ ਲੱਗਾ ਕਿ ਉਹ ਉਹਦੇ ਨਾਲ ਮਿਲ ਕੇ ਮੁਲਜ਼ਮ ਦੇ ਨਾਲ, ਬਲਕਿ ਸਾਡੀ ਨਜ਼ਰ 'ਤੇ ਉਹ ਮੁਜਰਮ ਹੈ, ਮੁਜਰਮ ਦੇ ਨਾਲ ਮਿਲ ਕੇ ਤੇ ਉਹ ਜਿਹੜੇ ਨੇ ਉਹ ਜਾਣਬੁੱਝ ਕੇ ਗ੍ਰਿਫਤਾਰੀ ਨਹੀਂ ਕਰ ਰਹੇ। ਪੁਲਿਸ ਜਿਹੜੀ ਆ ਉਹਦੀ ਮਿਲੀ ਹੋਈ। ਔਰ ਇਹ ਮੈਂ ਅੱਜ ਨੈਸ਼ਨਲ ਨਿਊਜ਼ ਦੇ ਪਲੇਟਫਾਰਮ ਤੋਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਮੁਬੱਯਨਾ ਤੌਰ ਤੇ ਮਿਲੀ ਹੋਈ ਹੈ, ਉਹ ਸੱਚੀ ਮੁੱਚੀ ਮਿਲੀ ਹੋਈ ਹੈ ਕਿਉਂਕਿ ਮੈਂ ਖੁਦ ਮਤਲਬ ਉੱਥੇ ਉਹਨਾਂ ਨਾਲ ਇਹ ਗੁਫ਼ਤਗੂ ਕਰਕੇ ਆਇਆ। ਹੁਣ ਕੀ ਕਰੀਏ? ਹੁਣ ਤੁਹਾਡੇ ਸਾਰੇ ਅੱਗੇ ਗੁਜ਼ਾਰਿਸ਼ ਹੈ। ਅੱਜ ਜਦੋਂ ਮੈਂ ਪ੍ਰੋਗਰਾਮ ਤੁਹਾਡੇ ਨਾਲ ਕਰਨ ਲੱਗਾ ਵਾਂ, ਇਸ ਪ੍ਰੋਗਰਾਮ ਨੂੰ ਔਰ ਇਸ ਰਿਕਾਰਡਿੰਗ ਨੂੰ 3 ਦਿਨ ਹੋ ਚੁੱਕੇ ਨੇ। ਅਸੀਂ ਉਹਨਾਂ ਨੂੰ 2 ਦਿਨ ਦਾ ਟਾਈਮ ਦੇ ਕੇ ਆਏ ਸਾਂ ਕਿ ਤੁਸੀਂ ਗ੍ਰਿਫਤਾਰ ਕਰਨਾ। ਅੱਜ ਤੱਕ ਕੋਈ ਗ੍ਰਿਫਤਾਰੀ ਜਿਹੜੀ ਹੈ ਉਹ ਕਮ ਸੇ ਕਮ ਮੇਰੇ ਇਲਮ 'ਚ ਨਹੀਂ ਆਈ ਕਿ ਉਹਨਾਂ ਨੇ ਅਮਲ 'ਚ ਲਿਆਂਦੀ ਹੋਵੇ। ਹੁਣ ਤੁਸੀਂ ਮਿਹਰਬਾਨੀ ਇਹ ਕਰੋ, तमाम ਵੀਵਰਸ ਜਿਹੜੇ ਵੀ ਇਸ ਰੀਨਾ ਨਜ਼ੀਰ ਦੇ ਇਸ ਕੇਸ ਨੂੰ ਵੇਖਣਗੇ, ਇਸ ਸਾਡੀ ਰਿਪੋਰਟ ਨੂੰ ਵੇਖਣਗੇ, ਉਹ ਸਿਰਫ ਇਹ ਕਰਨ ਕਿ ਭਰਪੂਰ ਮਜ਼ੰਮਤ ਕਰਨ। ਜਿਸ ਜਗ੍ਹਾ ਤੇ ਤੁਹਾਡੇ ਹੱਥ ਪੈਂਦੇ ਨੇ ਉੱਥੋਂ ਪ੍ਰੈਸ਼ਰ ਬਣਾਉਣ ਤਾਂ ਕਿ ਜੜ੍ਹਾਂਵਾਲੇ ਦੀ ਪੁਲਿਸ ਜਿਹੜੀ ਹੈ ਉਹ ਮਜਬੂਰ ਹੋਏ ਇਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ। ਔਰ ਜਿਹੜੇ ਸਾਡੇ ਸਿਆਸੀ ਔਰ ਮਜ਼ਹਬੀ ਰਹਿਨੁਮਾ ਨੇ, ਇਹਨਾਂ ਨੂੰ ਮੈਂ ਕਹਾਂਗਾ ਕਿ ਤੁਸੀਂ ਰਜ਼ਾਈਆਂ ਲੈ ਕੇ ਸੌਂ ਜਾਓ ਕਿਉਂਕਿ ਤੁਹਾਡਾ ਕੋਈ ਕੰਮ ਨਹੀਂ ਹੈ। ਔਰ ਤੁਸੀਂ ਦੇਖਿਆ ਹੈ ਕਿ ਉੱਥੇ ਇੱਕ ਜਿਹੜੇ ਮਾਈਨੋਰਿਟੀ ਦੇ ਇੱਕ ਪੋਲੀਟੀਕਲ ਲੀਡਰ ਨੇ, ਸ਼ਕੀਲ ਸਾਹਿਬ, ਉਹਨਾਂ ਨੇ ਗੱਲ ਕੀਤੀ ਹੈ ਕਿ ਮੇਰੀ ਜਿਹੜੀ ਹੈ ਉਹ ਗੱਲ ਹੋਈ ਹੈ ਜਿਹੜੇ ਸੈਨੇਟਰ ਨੇ ਜਨਾਬ ਕਾਮਰਾਨ ਮਾਈਕਲ ਸਾਹਿਬ ਉਹਨਾਂ ਨਾਲ, ਤੇ ਕਾਮਰਾਨ ਮਾਈਕਲ ਸਾਹਿਬ ਨੇ ਫੋਨ ਤੇ ਕਿਹਾ ਕਿ ਜੇ ਅਗਰ ਮੇਰੀ ਲੋੜ ਪਈ ਤੇ ਮੈਨੂੰ ਦੱਸਣਾ, ਮੈਂ ਆ ਜਾਵਾਂਗਾ। ਜਦੋਂ ਧੀਆਂ ਲੁੱਟੀਆਂ ਜਾਣ ਤੇ ਉਹਦੇ ਬਾਵਜੂਦ ਵੀ ਹਾਲੇ ਕੋਈ ਕਸਰ ਰਹਿੰਦੀ ਹੈ ਕਿ ਤੁਹਾਨੂੰ ਕੋਈ ਦਾਵਤਨਾਮਾ ਜਾਏਗਾ ਜਾਂ ਤੁਹਾਨੂੰ ਕੋਈ ਲੈਟਰ ਲਿਖਿਆ ਜਾਏਗਾ ਤਾਂ ਫਿਰ ਤੁਸੀਂ ਜਾਓਗੇ, ਜਾਂ ਤੁਹਾਡੇ ਅੱਗੇ ਢੋਲ ਨਕਾਰੇ ਵਜਾਏ ਜਾਣਗੇ ਤਾਂ ਫਿਰ ਤੁਸੀਂ ਜਾਓਗੇ। ਕੀ ਹੋਰ ਤੁਹਾਨੂੰ ਚਾਹੀਦਾ? ਤੁਸੀਂ ਵੀਡੀਓ ਦੇ ਵਿੱਚ ਬੱਚੀ ਦੀਆਂ ਹੱਡੀਆਂ ਟੁੱਟੀਆਂ ਵੇਖ ਲਈਆਂ ਨੇ, ਤੁਸੀਂ ਉਹਦੇ ਜ਼ਖਮੀ ਚਿਹਰੇ ਨੂੰ ਵੇਖ ਲਿਆ, ਤੁਸੀਂ ਉਹਦੇ ਜ਼ਖਮੀ ਹੱਥ ਪੈਰ ਵੇਖ ਲਏ ਨੇ, ਹੋਰ ਤੁਹਾਨੂੰ ਕੀ ਚਾਹੀਦਾ? ਨਜ਼ੀਰ ਮਸੀਹ ਜਿਹੜਾ ਹੈ ਵਿਚਾਰਾ, ਉਹਦੇ ਅਥਰੂ ਤੁਸੀਂ ਵੇਖ ਲਏ ਨੇ, ਉਸ ਬੱਚੀ ਦੇ ਅੰਸੂ ਤੁਸੀਂ ਦੇਖ ਲਏ ਨੇ, ਵਕੀਲਾਂ ਦੀ ਗੁਫ਼ਤਗੂ ਤੁਸੀਂ ਸੁਣ ਲਈ ਹੈ, ਹੋਰ ਤੁਹਾਨੂੰ ਕੀ ਚਾਹੀਦਾ? ਤਾਰਕ ਗਿੱਲ ਸਾਹਿਬ ਸੁਣਿਆ ਉੱਥੇ ਗਏ ਨੇ, MPA ਸਾਹਿਬ, ਔਰ ਉਹ ਵੀ ਉੱਥੇ ਮੰਡਾ ਪਾ ਕੇ ਆਏ ਨੇ ਕਿ ਅਸੀਂ ਇੰਜ ਕਰ ਦਿਆਂਗੇ, ਉਹ ਕਰ ਦਿਆਂਗੇ। ਤਾਰਕ ਗਿੱਲ ਸਾਹਿਬ, ਤੁਹਾਡੀ ਔਕਾਤ ਹੈ ਵੇ ਕਿ ਇੱਕ ਬੰਦਾ ਤੁਸੀਂ ਗ੍ਰਿਫਤਾਰ ਨਹੀਂ ਕਰਾ ਸਕਿਆ ਹਾਲੇ ਤੱਕ। ਜਾਓ, ਜਾ ਕੇ ਕੰਮ ਕਰਾ ਕੇ ਵਿਖਾਓ। ਗੱਲਾਂ ਕਰਨੀਆਂ ਸੌਖੀਆਂ ਤੇ ਗੱਲਾਂ ਵਿਆਹਣੀਆਂ ਔਖੀਆਂ। ਤੁਸੀਂ ਆਪਣੀ ਗੱਲ ਕਰ ਲਈ ਹੈ ਤੇ ਗੱਲ ਵਿਆਹਣ ਜੋਗੇ ਤੁਸੀਂ ਕੋਈ ਵੀ ਨਹੀਂ ਗੇ। ਇੱਕ ਬੰਦਾ ਨਹੀਂ ਤੁਸੀਂ ਗ੍ਰਿਫਤਾਰ ਕਰਾ ਸਕੇ। ਬਹਰਹਾਲ ਨੈਸ਼ਨਲ ਨਿਊਜ਼ ਜਿਹੜਾ ਹੈ ਉਹ ਰੀਨਾ ਨਜ਼ੀਰ ਨਾਲ ਔਰ ਬਾਕੀ ਵੀ ਜਿੰਨੀਆਂ ਸਾਡੀਆਂ ਬੇਟੀਆਂ ਭੈਣਾਂ ਜੋ ਵੀ ਕਿਸੇ ਵੀ ਤਰ੍ਹਾਂ ਦੇ ਜ਼ੁਲਮ ਦਾ ਸ਼ਿਕਾਰ ਨੇ, ਉਹਦੇ ਦੇ ਨਾਲ ਨੇ, ਉਹਨਾਂ ਦੀ ਆਵਾਜ਼ ਨੇ। ਤੁਹਾਨੂੰ ਅਗਰ ਇਹ ਪ੍ਰੋਗਰਾਮ ਜਿਹੜਾ ਹੈ ਇਹ ਤੁਹਾਡੇ ਦਿਲ ਨੂੰ ਲੱਗਦਾ ਹੈ ਤਾਂ ਆਪਣੇ ਕਮੈਂਟਸ 'ਚ ਦੱਸੋ। ਔਰ ਅਗਰ ਤੁਸੀਂ ਇਹਨਾਂ ਦੀ ਕੋਈ ਮਦਦ ਕਰ ਸਕਦੇ ਹੋ ਤੇ ਜਿਹੜਾ ਸਾਡੇ ਸਕਰੀਨ ਤੇ ਦਿੱਤਾ ਹੋਇਆ ਨੰਬਰ ਹੈ ਉਹਦੇ ਤੇ ਰਾਬਤਾ ਕਰੋ। ਅੱਜ ਦੀ ਗੱਲ ਨੂੰ ਇੱਥੇ ਮੁਕਾਉਂਦੇ ਹਾਂ। ਰੱਬ ਰੱਖਾ।